परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਦੇ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ। ਪਹਿਲੀ ਗਵਾਹੀ ਸਿਸਟਰ ਮਨਪ੍ਰੀਤ ਕੌਰ ਦੀ ਆ, ਜਿਨ੍ਹਾਂ ਨੂੰ 4-5 ਦਿਨਾਂ ਤੋਂ ਬੁਖਾਰ ਹੋ ਰਿਹਾ ਸੀ। ਉਹਨਾਂ ਨੇ ਮੈਡੀਸਨ ਲਈ ਪਰ ਕੋਈ ਫਰਕ ਨਹੀਂ ਪਿਆ। ਸਿਸਟਰ ਨੇ WhatsApp ਮੈਸੇਜ ਦੇ ਦੁਆਰਾ ਆਪਣੀ ਪ੍ਰੇਅਰ ਰਿਕੁਐਸਟ ਭੇਜੀ ਅਤੇ ਜਦੋਂ ਉਹਨਾਂ ਲਈ WhatsApp ਰਿਕਾਰਡਿੰਗ ਦੇ ਦੁਆਰਾ ਪ੍ਰੇਅਰ ਕੀਤੀ ਗਈ ਤਾਂ ਸਿਸਟਰ ਦੱਸਦੇ ਹਨ ਕਿ ਉਹਨਾਂ ਦਾ ਬੁਖਾਰ ਬਿਲਕੁਲ ਠੀਕ ਹੋ ਗਿਆ ਅਤੇ ਹੁਣ ਉਹ ਬਿਲਕੁਲ ਚੰਗੇ ਹਨ। ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਦੂਸਰੀ ਗਵਾਹੀ ਸਿਸਟਰ ਰਾਧਾ ਦੀ ਆ, ਜਿਨ੍ਹਾਂ ਨੇ ਫੋਨ ਕਾਲ ਦੇ ਦੁਆਰਾ ਵਚਨਾਂ ਬਾਰੇ ਗੱਲਬਾਤ ਕੀਤੀ ਸੀ ਅਤੇ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਲਈ ਪ੍ਰਾਰਥਨਾ ਕਰਵਾਈ। ਸਿਸਟਰ ਦੱਸਦੇ ਹਨ ਕਿ ਉਹਨਾਂ ਨੂੰ ਤੇ ਉਹਨਾਂ ਦੇ ਬੇਟੇ ਨੂੰ ਆਈਸ ਫਲੂ ਹੋ ਗਿਆ ਸੀ, ਉਹ ਠੀਕ ਹੋ ਗਿਆ ਅਤੇ ਉਹ ਨਵਾਂ ਘਰ ਬਣਾ ਰਹੇ ਸਨ ਅਤੇ ਪਰਮੇਸ਼ਰ ਨੇ ਉਹਨਾਂ ਦੀਆਂ ਸਾਰੀਆਂ ਕਮੀਆਂ ਘਟੀਆਂ ਜ਼ਰੂਰਤਾਂ ਨੂੰ ਪੂਰੀਆਂ ਕੀਤਾ। ਔਰ ਇਹਨਾਂ ਸਾਰੀਆਂ ਗਵਾਹੀਆਂ ਦੇ ਲਈ ਅਸੀਂ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ। ਬਹੁਤ ਸਾਰੇ ਭੈਣਾਂ ਭਾਈਆਂ ਦੇ ਮਨਾਂ ਦੇ ਵਿੱਚ ਇੱਕ ਖਿਆਲ ਆਉਂਦਾ ਹੈ ਕਿ ਕੀ ਪੁਰਾਣਾ ਨੇਮ ਸਾਨੂੰ ਮੰਨਣਾ ਚਾਹੀਦਾ ਜਾਂ ਨਹੀਂ ਮੰਨਣਾ ਚਾਹੀਦਾ। ਤਾਂ ਪੁਰਾਣੇ ਨੇਮ ਦੇ ਬਾਰੇ ਕੀ ਵਿਚਾਰਿਆ, ਕੀ ਕਰੀਏ ਪੁਰਾਣੇ ਨੇਮ ਦੇ ਬਾਰੇ, ਤਾਂ ਬਹੁਤ ਸਾਰੇ ਸਵਾਲ ਨੇ। ਤਾਂ ਅੱਜ ਉਹਨਾਂ ਸਾਰੇ ਸਵਾਲਾਂ ਦੇ ਜਵਾਬਾਂ ਨੂੰ ਅਸੀਂ ਲੈ ਕੇ ਆਏ ਹਾਂ ਕਿ ਕੀ ਯਿਸੂ ਮਸੀਹ ਨੇ ਸਾਨੂੰ ਪੁਰਾਣਾ ਨੇਮ ਮੰਨਣ ਤੋਂ ਮਨਾ ਕੀਤਾ ਆ ਕਿ ਜਾਂ ਅਸੀਂ ਉਹਦੇ ਰੂਲਸ ਨੂੰ ਮੰਨ ਨਹੀਂ ਸਕਦੇ, ਜਾਂ ਫਿਰ ਕੀ ਕੀਤਾ ਜਾਵੇ, ਪੁਰਾਣੇ ਨੇਮ ਨੂੰ ਕਿਉਂ ਲਿਖਿਆ ਗਿਆ ਇਹ ਬਾਈਬਲ ਦੇ ਵਿੱਚ। ਤਾਂ ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜ੍ਹਾਂਗੇ। ਗਲਾਤੀਆ 3 ਉਹਦੀ 2 ਔਰ 5 ਨੰਬਰ ਆਇਤ ਨੂੰ। ਮੈਂ ਤੁਹਾਡੇ ਕੋਲ ਕੇਵਲ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਹਾਨੂੰ ਪਵਿੱਤਰ ਆਤਮਾ ਵਿਵਸਥਾ ਦੇ ਕੰਮਾਂ ਤੋਂ ਪ੍ਰਾਪਤ ਹੋਇਆ ਜਾਂ ਵਿਸ਼ਵਾਸ ਦੇ ਸੁਨੇਹੇ ਤੋਂ। ਫਿਰ ਜਿਹੜਾ ਤੁਹਾਨੂੰ ਪਵਿੱਤਰ ਆਤਮਾ ਦਾ ਦਾਨ ਦਿੰਦਾ ਹੈ ਤੁਹਾਡੇ ਵਿੱਚ ਸਾਮਰਥਾ ਦੇ ਕੰਮ ਕਰਦਾ ਹੈ, ਸੋ ਵਿਵਸਥਾ ਦੇ ਕੰਮਾਂ ਤੋਂ ਹੈ ਜਾਂ ਵਿਸ਼ਵਾਸ ਦੇ ਸੁਨੇਹੇ ਤੋਂ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਵਿਵਸਥਾ ਦੇ ਬਾਰੇ ਦੱਸ ਰਿਹਾ ਕਿ ਕਹਿੰਦੇ ਜੇ ਤੁਸੀਂ ਅਗਰ ਕਹਿੰਦੇ ਆ ਵੀ ਵਿਵਸਥਾ ਦੀਆਂ ਗੱਲਾਂ ਸਾਨੂੰ ਮੰਨਣੀਆਂ ਚਾਹੀਦੀਆਂ, ਕਿ ਜਿਵੇਂ ਪੁਰਾਣੇ ਨੇਮ 'ਚ ਲਿਖਿਆ ਸੀ ਆਪਣੇ ਦਸ਼ਵਾਂਤ ਲੈ ਕੇ ਆਓ, ਆਪਣੇ ਪਹਿਲੇ ਪਸ਼ੂ ਨੂੰ ਚੜਾਓ, ਆਪਣੀ ਪਹਿਲੀ ਸੰਤਾਨ ਨੂੰ ਮੈਨੂੰ ਦਿਓ, ਆਪਣੀ ਫਸਲ ਦਾ ਪਹਿਲਾ ਫਲ ਮੇਰੇ ਭਵਨ 'ਚ ਲੈ ਕੇ ਆਓ, ਆਪਣੇ ਹੱਥਾਂ ਦੇ ਕੰਮਾਂ ਦੇ ਵਿੱਚੋਂ ਪਹਿਲੀ ਕਮਾਈ ਮੇਰੇ ਭਵਨ ਦੇ ਵਿੱਚ ਲੈ ਕੇ ਆਓ। ਅਤੇ ਹੋਰ ਬਹੁਤ ਸਾਰੀਆਂ ਗੱਲਾਂ ਸੀ ਜੋ ਮੂਸਾ ਨੇ ਲਿਖਿਆ ਸੀ। ਤੌਬਾ ਦੀ ਭੇਟ ਆਹ ਆ, ਧੰਨਵਾਦ ਦੀ ਭੇਟ ਆਇਆ, ਇੱਦਾਂ ਖੂਨ ਚੜਾਉਣਾ, ਇੱਥੇ ਪੂਛ ਚੜਾਉਣੀ ਹੈ, ਇੱਥੇ ਉਹਦਾ ਕਲੇਜਾ ਚੜਾਉਣਾ, ਇੱਦਾਂ ਅਲੱਗ-ਅਲੱਗ ਤਰੀਕੇ ਨਾਲ। ਆਹ ਧੂਫ ਵਾਲਾ ਆ ਜਿਹੜਾ ਇਹ ਯਾਚਕ ਖਾ ਸਕਦੇ ਆ, ਬਾਕੀ ਸਾਰਾ ਤੁਸੀਂ ਖਾ ਸਕਦੇ ਹੋ। ਜਿਹੜਾ ਤੁਹਾਡਾ ਭੇਟ ਵਾਲਾ ਹੋਏਗਾ ਉਹਨੂੰ ਅਗਲੇ ਦਿਨ ਤੱਕ ਬਚਾ ਕੇ ਨਹੀਂ ਰੱਖਣਾ, ਉਸੇ ਦਿਨ ਹੀ ਖਾਣਾ। ਬਹੁਤ ਸਾਰੀਆਂ ਗੱਲਾਂ ਸੀ ਉਦੋਂ। ਤਾਂ ਉਹਨਾਂ ਸਾਰਿਆਂ ਨੂੰ ਤਾਂ ਅਸੀਂ ਨਹੀਂ ਮੰਨਦੇ, ਅਸੀਂ ਉਹਨਾਂ ਸਾਰਿਆਂ ਨੂੰ ਛੱਡਿਆ ਹੋਇਆ। ਪਰ ਵਿੱਚੋਂ ਕੁਝ ਕੁ ਗੱਲਾਂ ਨੂੰ ਲੈ ਕੇ, ਜਿਵੇਂ ਭਵਨ ਨੂੰ ਲੈ ਕੇ ਕਿ ਸੁਲੇਮਾਨ ਨੇ ਭਵਨ ਬਣਾਇਆ ਸੀ ਅਤੇ ਸਾਨੂੰ ਵੀ ਭਵਨ ਬਣਾਉਣਾ ਚਾਹੀਦਾ, ਜਾਂ ਦਸ਼ਵਾਂਦਾਂ ਨੂੰ ਲੈ ਕੇ ਕਿ ਹਾਂ ਪਰਮੇਸ਼ਰ ਨੇ ਦਸ਼ਵਾਂਦ ਦੇਣ ਨੂੰ ਕਿਹਾ ਸੀ ਤਾਂ ਸਾਨੂੰ ਵੀ ਦੇਣੇ ਚਾਹੀਦੇ ਆ। ਫਿਰ ਉਹਦੇ ਵਿੱਚ ਤਾਂ ਇਹ ਵੀ ਲਿਖਿਆ ਸੀ ਕਿ ਤਲਾਕ ਦੇਣਾ ਚਾਹੀਦਾ ਆ, ਅਤੇ ਪਰ ਪਰਮੇਸ਼ਰ ਨੇ ਯਿਸੂ ਮਸੀਹ ਨੇ ਆ ਕੇ ਕਹਿ ਤਾ ਤਲਾਕ ਨਹੀਂ ਦੇਣਾ ਚਾਹੀਦਾ। ਤਾਂ ਬਹੁਤ ਸਾਰੀਆਂ ਕਨਫਿਊਜ਼ਨ ਆ ਜਿਹਨਾਂ ਅੱਜ ਆਪਾਂ ਕਲੀਅਰ ਕਰਾਂਗੇ। ਤਾਂ ਵਚਨ ਸਾਨੂੰ ਫਸਟ ਆਫ ਆਲ 'ਚ ਕੀ ਗੱਲ ਕਹਿ ਰਿਹਾ ਕਿ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਆ ਵੀ ਤੁਹਾਨੂੰ ਪਵਿੱਤਰ ਆਤਮਾ ਕਿੱਥੋਂ ਮਿਲਿਆ। ਕਹਿੰਦਾ ਜਿਸ ਪਵਿੱਤਰ ਆਤਮਾ ਦੇ ਵਸੀਲੇ ਅੱਜ ਤੁਸੀਂ ਪਰਮੇਸ਼ਰ ਨਾਲ ਗੱਲਬਾਤ ਕਰ ਰਹੇ ਆ, ਇਹ ਕਿੱਥੋਂ ਮਿਲਿਆ। ਪਹਿਲਾਂ ਦੇ ਲੋਕ ਪਰਮੇਸ਼ਰ ਨਾਲ ਭੇਟਾਂ ਦੇ ਨਾਲ ਗੱਲ ਕਰਦੇ ਸੀ। ਉਹ ਪਰਮੇਸ਼ਰ ਦੇ ਅੱਗੇ ਭੇਟਾਂ ਚੜਾਉਂਦੇ ਸੀ ਅਤੇ ਜਦੋਂ ਉਹ ਧੂਫ ਪਾਉਂਦੇ ਸੀ ਅਤੇ ਉਹ ਯਾਚਕ ਕਹਿ ਦਿੰਦਾ ਸੀ ਹਾਂ ਵੀ ਤੁਹਾਡੇ ਪਾਪ ਮਾਫ ਹੋ ਗਿਆ, ਅਤੇ ਉਹ ਭੇਟ ਦੇ ਦੁਆਰਾ ਅਸੀਂ ਗੱਲ ਕਰਦੇ ਸੀ। ਪਰ ਅੱਜ ਅਸੀਂ ਪਰਮੇਸ਼ਰ ਦੇ ਨਾਲ ਗੱਲਬਾਤ ਕਾਹਦੇ ਨਾਲ ਕਰਦੇ ਹਾਂ? ਪਵਿੱਤਰ ਆਤਮਾ ਦੇ ਦੁਆਰਾ। ਤਾਂ ਕਹਿੰਦਾ ਵੀ ਕੀ ਤੁਹਾਨੂੰ ਪਵਿੱਤਰ ਆਤਮਾ ਉਹ ਭੇਟਾਂ ਚੜਾਉਣ ਦੇ ਨਾਲ ਮਿਲਿਆ?
ਸਾਨੂੰ ਭੇਟਾਂ ਚੜਾਉਣ ਦੇ ਨਾਲ ਮਾਫੀ ਤਾਂ ਜ਼ਰੂਰ ਮਿਲ ਜਾਂਦੀ ਸੀ ਉਦੋਂ, ਤੇ ਪਰ ਸਾਨੂੰ ਪਵਿੱਤਰ ਆਤਮਾ ਨਹੀਂ ਸੀ ਮਿਲਿਆ। ਤੇ ਕਹਿੰਦਾ ਫਿਰ ਜਦੋਂ ਪਰਮੇਸ਼ਰ ਨੇ ਉਹਨਾਂ ਬਲੀਆਂ ਨੂੰ ਹਟਾ ਕੇ, ਉਹ ਬਲੀਆਂ ਦੇ ਦੁਆਰਾ ਗੱਲਬਾਤ ਕਰਨੀ ਛੱਡ ਕੇ ਪਵਿੱਤਰ ਆਤਮਾ ਤੁਹਾਨੂੰ ਦੇ ਦਿੱਤਾ, ਫਿਰ ਕਹਿੰਦਾ ਤੁਸੀਂ ਕਿਉਂ ਨਹੀਂ ਸਮਝ ਪਾ ਰਹੇ ਕਿ ਜਿਹੜਾ ਪਵਿੱਤਰ ਆਤਮਾ ਉਹ ਵਿਸ਼ਵਾਸ ਦੇ ਸੁਨੇਹੇ ਦੇ ਨਾਲ ਮਿਲਿਆ ਤੁਹਾਨੂੰ, ਤੇ ਵਿਸ਼ਵਾਸ ਦਾ ਸੁਨੇਹਾ ਨਵਾਂ ਨੇਮ ਆ। ਜਿਹੜੀ ਵਿਵਸਥਾ ਸੀ ਉਹ ਕੰਮ ਸੀ, ਕੰਮਾਂ ਦੇ ਦੁਆਰਾ ਅਸੀਂ ਆਪਣੀ ਧਾਰਮਿਕਤਾ ਨੂੰ ਸ਼ੋਅ ਕਰਦੇ ਸੀ, ਬਲੀਆਂ ਚੜਾ ਕੇ ਕਰ ਦਿੰਦੇ ਸੀ, ਉਹ ਵੀ ਇੱਕ ਕੰਮ ਸੀ, ਇੱਕ ਰਸਮ ਸੀ। ਔਰ ਭੇਟਾਂ ਲੈ ਕੇ ਆਉਂਦੇ ਸੀ ਅਲੱਗ-ਅਲੱਗ ਤਰ੍ਹਾਂ ਦੀਆਂ ਬਲੀਆਂ ਤੋਂ ਬਿਨਾਂ, ਫਰੂਟ ਦੀਆਂ, ਸਬਜ਼ੀਆਂ ਦੀਆਂ, ਜੋ ਕੁਝ ਵੀ ਬੀਜਿਆ ਵੇਚਿਆ ਜਾਂਦਾ ਸੀ ਉਸ ਵੇਲੇ, ਜਾਨਵਰਾਂ ਦੀਆਂ, ਔਰ ਹੋਰ ਵੀ ਬਹੁਤ ਕੁਛ ਸੀਗਾ ਉਸ ਵੇਲੇ। ਆਪਾਂ ਦੇ ਦਾਖ ਰਸ ਹੁੰਦੇ ਸੀ। ਤਾਂ ਕਹਿੰਦਾ ਉਦੋਂ ਤੁਸੀਂ ਭੇਟਾਂ ਲੈ ਕੇ ਆਉਂਦੇ ਸੀ ਤੇ ਤੁਸੀਂ ਮੈਨੂੰ ਖੁਸ਼ ਕਰਦੇ ਸੀ ਤੇ ਮੇਰੇ ਕੋਲ ਸੁਨੇਹਾ ਪਹੁੰਚਾਉਂਦੇ ਸੀ, ਤੁਸੀਂ ਮੈਨੂੰ ਮਹਿਕ ਆਉਂਦੀ ਸੀ ਤੇ ਮੈਂ ਖੁਸ਼ ਹੁੰਦਾ ਸੀ। ਪਰ ਹੁਣ ਕਹਿੰਦਾ ਸੁਨੇਹਾ ਕਾਹਦਾ ਆ? ਵਿਸ਼ਵਾਸ ਦਾ ਸੁਨੇਹਾ। ਵਿਸ਼ਵਾਸ ਦੇ ਸੁਨੇਹੇ 'ਚ ਕੀ ਹੈ? ਸਾਡੇ ਸ਼ਬਦ ਆ, ਸਾਡਾ ਵਿਸ਼ਵਾਸ ਹੈ ਯਿਸੂ ਮਸੀਹ ਦੇ ਉੱਤੇ। ਤਾਂ ਵਿਵਸਥਾ ਤੋਂ ਇਹ ਪਵਿੱਤਰ ਆਤਮਾ ਸਾਨੂੰ ਨਹੀਂ ਮਿਲਿਆ, ਪਰ ਕਿੱਥੋਂ ਮਿਲਿਆ? ਖੁਸ਼ਖਬਰੀ ਦੇ ਪ੍ਰਚਾਰ ਤੋਂ। ਤੇ ਉਹ ਖੁਸ਼ਖਬਰੀ ਦਾ ਪ੍ਰਚਾਰ ਯਿਸੂ ਮਸੀਹ ਲੈ ਕੇ ਆਇਆ। ਔਰ ਦੂਜੀ ਗੱਲ ਕਹਿੰਦਾ ਕਿ ਜਿਹਨੇ ਤੁਹਾਨੂੰ ਪਵਿੱਤਰ ਆਤਮਾ ਦੇ ਦਿੱਤਾ, ਕਹਿੰਦਾ ਉਹ ਆਪਣੇ ਸਾਮਰਥ ਦੇ ਕੰਮ ਕਿਹਦੇ ਨਾਲ ਕਰਦਾ ਆ? ਤੁਹਾਡੇ ਵਿਵਸਥਾ ਦੇ ਕੰਮਾਂ ਨੂੰ ਵੇਖ ਕੇ ਜਾਂ ਫਿਰ ਤੁਹਾਡੇ ਵਿਸ਼ਵਾਸ ਨੂੰ ਵੇਖ ਕੇ। ਤਾਂ ਨਵਾਂ ਨੇਮ ਸਾਨੂੰ ਪੂਰੇ ਤਰੀਕੇ ਨਾਲ ਇਹ ਗੱਲ ਕਹਿੰਦਾ ਕਿ ਵਿਸ਼ਵਾਸ ਕਰੇਗਾ ਸੋ ਬਚਾਇਆ ਜਾਵੇਗਾ। ਜਿਹੜਾ ਵਿਸ਼ਵਾਸ ਦੇ ਨਾਲ ਮੰਗੇਗਾ ਉਹਨੂੰ ਮਿਲ ਜਾਏਗਾ। ਜਿਹੜਾ ਵਿਸ਼ਵਾਸ ਦੇ ਨਾਲ ਸ਼ੈਤਾਨ ਨੂੰ ਡਾਂਟੇਗਾ ਉਹਦੇ ਕੋਲੋਂ ਭੱਜ ਜਾਏਗਾ। ਉਹਨਾਂ ਨੇ ਕਿਤੇ ਨਹੀਂ ਕਿਹਾ ਵੀ ਜੇ ਤੁਹਾਡੀ ਜ਼ਿੰਦਗੀ 'ਚ ਸ਼ੈਤਾਨ ਆਵੇਗਾ ਤਾਂ ਬਲਦ ਦੀ ਬਲੀ ਚੜਾ ਦਿਓ, ਜੇ ਤੁਹਾਡੀ ਜ਼ਿੰਦਗੀ 'ਚ ਬਿਮਾਰੀ ਆ ਗਈ ਤਾਂ ਕੱਟੇ ਦੀ ਬਲੀ ਚੜਾ ਦਿਓ, ਤੇ ਜੇ ਤੁਸੀਂ ਆਪਣੇ ਪਾਪਾਂ ਤੋਂ ਮਾਫੀ ਕਰਨਾ ਚਾਹੁੰਦੇ ਹੋ ਤਾਂ ਇਹਦੀ ਬਲੀ ਚੜਾ ਦਿਓ। ਕਿਤੇ ਵੀ ਨਹੀਂ ਯਿਸੂ ਮਸੀਹ ਨੇ ਇਹ ਗੱਲ ਕਿਹਾ। ਪਰ ਉਹਨੇ ਕਿਹਦਾ ਬਲਿਦਾਨ ਮੰਗਿਆ? ਸ਼ਬਦਾਂ ਦਾ ਬਲੀਦਾਨ। ਯਿਸੂ ਮਸੀਹ ਨੇ ਪਸ਼ੂਆਂ ਦੀ ਜਗ੍ਹਾ ਤੇ ਆਪਣੀ ਬਲੀ ਦੇ ਕੇ ਸਾਨੂੰ ਕੀ ਕਰ ਦਿੱਤਾ? ਸ਼ਬਦ ਦੇ ਦਿੱਤੇ। ਸਾਨੂੰ ਸ਼ਬਦ ਦੇ ਕੇ ਉਹਨੂੰ ਕੀ ਕਿਹਾ? ਵਿਸ਼ਵਾਸ ਦਾ ਸੁਨੇਹਾ, ਪਿਆਰ ਦਾ ਸੁਨੇਹਾ, ਖੁਸ਼ਖਬਰੀ ਦਾ ਸੁਨੇਹਾ। ਅਤੇ ਜਿਹਨੇ ਸਾਨੂੰ ਇਹ ਸੁਨੇਹਾ ਦਿੱਤਾ ਉਹਨੇ ਸਾਡੇ ਨਾਲ ਨਵਾਂ ਨੇਮ ਬੰਨ੍ਹ ਦਿੱਤਾ। ਤਾਂ ਨਵੇਂ ਨੇਮ ਦੇ ਦੁਆਰਾ ਸਾਨੂੰ ਆਤਮਾ ਮਿਲਿਆ ਤੇ ਨਵੇਂ ਨੇਮ ਦੇ ਦੁਆਰਾ ਸਾਡੇ ਅੰਦਰ ਵਿਸ਼ਵਾਸ ਆਇਆ, ਤੇ ਉਸੇ ਵਿਸ਼ਵਾਸ ਨੇ ਅੱਜ ਸਾਡੇ ਪਰਮੇਸ਼ਰ ਦੇ ਅੱਗੇ ਉਹ ਭੇਟਾਂ ਦਿੱਤੀਆਂ ਜਿਹੜੀਆਂ ਜਾਨਵਰਾਂ ਦੀਆਂ ਨਹੀਂ, ਪੈਸੇ ਦੀਆਂ ਨਹੀਂ, ਪਰ ਸਾਡੇ ਸ਼ਬਦਾਂ ਦੀਆਂ ਆ। ਤੇ ਸਾਡੀ ਸ਼ਬਦਾਂ ਦੀ ਭੇਟ ਨੇ ਹੀ ਅੱਜ ਸਾਨੂੰ ਬਚਾਇਆ ਹੋਇਆ ਆ। ਹਾਲੇਲੂਇਆ। ਤਾਂ ਜਿਹੜੇ ਲੋਕ ਪੂਰੇ ਤਰੀਕੇ ਨਾਲ ਵਿਵਸਥਾ ਦੇ ਉੱਤੇ ਵਿਸ਼ਵਾਸ ਕਰਦੇ ਜਾਂ ਫਿਰ ਅਧੂਰੇ ਤਰੀਕੇ ਨਾਲ ਵਿਵਸਥਾ ਤੇ ਵਿਸ਼ਵਾਸ ਕਰਦੇ, ਲਾਈਕ ਕੀ ਕਹਿ ਦਿੰਦੇ ਆ ਉਹ ਵੀ ਅਸੀਂ ਬਲੀਆਂ ਨਹੀਂ ਦੇਣੀਆਂ, ਅਸੀਂ ਸੁਗੰਧਾਂ ਵਾਲੀਆਂ ਭੇਟਾਂ ਨਹੀਂ ਚੜਾਉਣੀਆਂ, ਪਰ ਅਸੀਂ ਪੈਸਿਆਂ ਦੀ ਭੇਟ ਚੜਾਉਣੀ ਆ। ਅਤੇ ਅਸੀਂ ਜੋ ਕਹਿੰਦੇ ਹੁੰਦੇ ਦਸ਼ਵੰਧਾਂ, ਮਲਾਕੀ ਦੇ ਵਿੱਚ ਵੀ ਲਿਖਿਆ ਸੀ ਦਸ਼ਵੰਧਾਂ ਨੂੰ ਲੈ ਕੇ ਉਹ ਦਸ਼ਵੰਧਾਂ ਦੀ ਭੇਟ ਚੜਾਉਣੀ ਆ। ਤੇ ਵਿਵਸਥਾ ਦੇ ਥੋੜੀਆਂ ਗੱਲਾਂ ਮੰਨ ਲੈਂਦੇ ਆ, ਭਵਨ ਬਣਾਉਣੇ ਆ ਅਸੀਂ। ਤੇ ਉਹਨਾਂ ਦੇ ਲਈ ਵਿਵਸਥਾ ਕੀ ਕਹਿੰਦੀ ਆ ਉਹ ਜਾਣਨ ਦੇ ਲਈ ਵਚਨ ਜੋ ਪੜਾਂਗੇ ਗਲਾਤੀਆ 3 ਉਹਦੀ 10 ਨੰਬਰ ਆਇਤ ਨੂੰ। ਸੋ ਜਿੰਨੇ ਲੋਕ ਵਿਵਸਥਾ ਦੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ ਉਹ ਸ਼ਰਾਪ ਦੇ ਹੇਠਾਂ ਹਨ, ਕਿਉਂ ਜੋ ਇਹ ਲਿਖਿਆ ਹੋਇਆ ਹੈ ਕਿ ਸ਼ਰਾਪੀ ਹੋਵੇ ਉਹ ਹਰੇਕ ਜਿਹੜਾ ਇਹਨਾਂ ਸਭਨਾਂ ਗੱਲਾਂ ਨੂੰ ਜਿਹੜੀਆਂ ਵਿਵਸਥਾ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਮੰਨ ਕੇ ਪਾਲਣਾ ਨਹੀਂ ਕਰਦਾ। ਹਾਲੇਲੂਇਆ। ਹੁਣ ਕਹਿੰਦਾ ਸ਼ਰਾਪੀ ਆ ਉਹ ਇਨਸਾਨ ਜਿਹੜਾ ਵਿਵਸਥਾ ਦੇ ਕੰਮਾਂ ਤੇ ਭਰੋਸਾ ਤਾਂ ਕਰਦਾ ਆ ਪਰ ਉਹਦੀ ਪਾਲਣਾ ਨਹੀਂ ਕਰਦਾ। ਹੁਣ ਅੱਧੇ ਕ ਅਸੀਂ ਰੱਖ ਲਏ ਵੀ ਸੁਲੇਮਾਨ ਨੇ ਭਵਨ ਬਣਾਇਆ ਸੀ, ਅਸੀਂ ਵੀ ਭਵਨ ਬਣਾਵਾਂਗੇ। ਤਾਂ ਉਦੋਂ ਦਸ਼ਵੰਧ ਲਿਆ ਕੇ ਕਿਹਾ ਸੀ ਆਪਣੇ ਪਰਮੇਸ਼ਰ ਦੇ ਭਵਨ ਦੇ ਵਿੱਚ ਦਸ਼ਵੰਧਾਂ ਨੂੰ ਲੈ ਕੇ ਆਓ ਤਾਂ ਅਸੀਂ ਦਸ਼ਵੰਧ ਵੀ ਲਵਾਂਗੇ। ਤੇ ਉਸ ਵੇਲੇ ਬਹੁਤ ਸਾਰੀਆਂ ਹੋਰ ਕੁਝ ਕੁ ਗੱਲਾਂ ਸੀ ਜਿਨ੍ਹਾਂ ਵਿੱਚੋਂ ਅਸੀਂ ਮੰਨਦੇ ਹਾਂ, ਜਿਹੜੀਆਂ ਕੁਝ ਕੁ ਗੱਲਾਂ ਅਸੀਂ ਮੰਨਦੇ ਹਾਂ, ਉਹ ਗੱਲਾਂ ਸੀ ਜਿਹੜੀਆਂ ਅੱਧੀਆਂ ਅਧੂਰੀਆਂ ਹੀ ਅਸੀਂ ਮੰਨ ਲਈਆਂ ਤੇ ਅੱਧੀਆਂ ਅਧੂਰੀਆਂ ਨਾਲੋਂ ਵੱਧ ਕੇ ਛੱਡਤੀਆਂ। ਜਿਵੇਂ ਮੂਸਾ ਨੇ ਕਿਹਾ ਸੀ ਤੁਸੀਂ ਤਿਆਗ ਪੱਤਰੀ ਦੇ ਸਕਦੇ ਆ, ਬਹੁਤਿਆਂ ਨੇ ਤਿਆਗ ਪੱਤਰੀ ਦੇਣੀ ਸ਼ੁਰੂ ਕਰਤੀ, ਤਲਾਕ ਦੇਣਾ ਵੀ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਲੋਕ ਸੀ ਜੋ ਆਪਣੀ ਧਾਰਮਿਕਤਾ ਦਾ ਦਿਖਾਵਾ ਕਰਦੇ ਸੀ ਉਸ ਵੇਲੇ, ਵੱਡੀਆਂ ਪ੍ਰਾਰਥਨਾਵਾਂ ਕਰਕੇ ਔਰ ਵੱਡੇ ਦਾਨ ਦੇ ਕੇ, ਵੱਡੀਆਂ ਬਲੀਆਂ ਦੇ ਕੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਲੀਆਂ ਦੇ ਕੇ। ਤਾਂ ਹੁਣ ਵੀ ਲੋਕ ਇਹ ਸਭ ਚੀਜ਼ਾਂ ਕਰਦੇ ਆ, ਵੱਡੇ ਦਾਨ ਦੇ ਕੇ, ਵੱਡੇ ਮਹਿਲ ਬਣਾ ਕੇ, ਵੱਡੀਆਂ ਗੱਲਾਂ ਕਰਕੇ। ਤਾਂ ਕਹਿੰਦਾ ਜਿਹੜੇ ਲੋਕ ਵਿਵਸਥਾ ਦੇ ਕੰਮਾਂ ਤੇ ਭਰੋਸਾ ਕਰਦੇ ਆ, ਉਹਨੂੰ ਪੜ੍ਹਦੇ ਆ ਤੇ ਪਰ ਪੂਰਿਆਂ ਨਹੀਂ ਕਰਦੇ, ਅੱਧੀਆਂ ਮੰਨ ਲੀਆਂ ਅੱਧੀਆਂ ਛੱਡ ਲੀਆਂ, ਤੇ ਉਹ ਸਾਰੇ ਦੇ ਸਾਰੇ ਕੀ ਹੋਣਗੇ? ਸ਼ਰਾਪੀ ਹੋਣਗੇ। ਕਿਉਂਕਿ ਜੇ ਤੁਸੀਂ ਵਿਵਸਥਾ ਦੇ ਹਿਸਾਬ ਨਾਲ ਹੀ ਚੱਲਣਾ ਆ ਨਾ ਤਾਂ ਫਿਰ ਸਾਰੀ ਮੰਨੋ,
ਪਰ ਜੇ ਤੁਸੀਂ ਵਿਸ਼ਵਾਸ ਦੇ ਹਿਸਾਬ ਨਾਲ ਚੱਲਣਾ ਫਿਰ ਤੁਸੀਂ ਵਿਵਸਥਾ ਤੋਂ ਫ੍ਰੀ ਆ, ਫਿਰ ਤੁਸੀਂ ਵਿਵਸਥਾ ਨੂੰ ਵਿੱਚ ਲੈ ਕੇ ਹੀ ਨਾ ਆਓ। ਵਿਵਸਥਾ ਦੀ ਕਹਾਣੀ ਖਤਮ ਕਰ ਦਿਓ ਜੇ ਤੁਸੀਂ ਵਿਸ਼ਵਾਸ ਦੇ ਵਿੱਚ ਚੱਲਣਾ। ਤੇ ਜੇ ਤੁਸੀਂ ਵਿਸ਼ਵਾਸ ਦੇ ਦੁਆਰਾ ਨਹੀਂ ਵਿਵਸਥਾ ਦੇ ਦੁਆਰਾ ਚੱਲਣਾ ਫਿਰ 100% ਦੀ 100 ਹੀ ਮੰਨੋ, ਕਿਉਂਕਿ ਅੱਧੀ ਅਧੂਰੀ ਵਿਵਸਥਾ ਮੰਨਣ ਵਾਲੇ ਸ਼ਰਾਪੀ ਹੋ ਜਾਣਗੇ। ਅਤੇ ਕਹਿੰਦਾ ਉਹਨਾਂ ਦੀ ਪਾਲਣਾ ਕਰਕੇ ਜਿਹੜੇ ਨਹੀਂ ਮੰਨਦੇ ਕਰ ਤੇ ਭਰੋਸਾ ਕਰਦੇ ਆ, ਪਰਮੇਸ਼ਰ ਉਹਨਾਂ ਦੇ ਉੱਤੇ ਸ਼ਰਾਪ ਪਾਵੇਗਾ। ਇਸ ਕਰਕੇ ਨਾ ਮੰਨੋ, ਕੋਈ ਦਿੱਕਤ ਨਹੀਂ, ਪਰ ਜੇ ਮੰਨਦੇ ਆ ਵਿਵਸਥਾ ਨੂੰ ਤੇ ਉਹਨੂੰ ਪੂਰਿਆ ਨਹੀਂ ਕਰਦੇ ਤਾਂ ਉਹ ਸਭ ਤੋਂ ਵੱਡੀ ਗਲਤੀ ਆ। ਤੇ ਵਿਵਸਥਾ ਕਹਿੰਦੇ ਸਾਰੀ ਵਿਵਸਥਾ ਇੱਕੋ ਗੱਲ ਤੇ ਖਤਮ ਹੁੰਦੀ ਵੀ ਆਪਣੇ ਗਵਾਂਢੀ ਨੂੰ ਆਪਣੇ ਜਿਹਾ ਪਿਆਰ ਕਰ। ਕਹਿੰਦਾ ਪਰ ਤੁਸੀਂ ਆਪਣੇ ਗਵਾਂਢੀ ਨੂੰ ਦੰਦਾਂ ਨਾਲ ਪਾੜ ਖਾਣ ਨੂੰ ਫਿਰਦੇ ਆ। ਵੀ ਤੁਹਾਡਾ ਵਾਸ ਚੱਲੇ ਤਾਂ ਹੁਣੇ ਹੀ ਉਹਦੀ ਕਹਾਣੀ ਖਤਮ ਕਰ ਛੱਡੋ, ਪਰ ਕਹਿੰਦਾ ਵਿਵਸਥਾ 'ਚ ਤਾਂ ਇਹ ਲਿਖਿਆ ਹੀ ਨਹੀਂ ਵੀ ਤੁਸੀਂ ਆਪਣੇ ਗਵਾਂਢੀ ਨਾਲ ਵੈਰ ਕਰੋ। ਤੇ ਜੇ ਤੁਸੀਂ ਵਿਵਸਥਾ 'ਚ ਨਾ ਲਿਖੀ ਹੋਈ ਗੱਲ ਨੂੰ ਵੀ ਜੋ ਲਿਖੀ ਆ ਵੀ ਆਪਣੇ ਗਵਾਂਢੀ ਨਾਲ ਵੈਰ ਨਾ ਕਰ, ਆਪਣੇ ਗਵਾਂਢੀ ਨੂੰ ਆਪਣੇ ਜਿਹਾ ਪ੍ਰੇਮ ਕਰ, ਤੇ ਜੇ ਤੂੰ ਉਸ ਗੱਲ ਨੂੰ ਪੂਰਾ ਨਹੀਂ ਕਰਦਾ ਤਾਂ ਤੂੰ ਵਿਵਸਥਾ ਦੀ ਉਲੰਘਣਾ ਕਰ ਰਿਹਾ। ਔਰ ਜਿਹੜੀ ਵਿਵਸਥਾ ਨੂੰ ਮੰਨ ਕੇ ਉਹਦੀ ਉਲੰਘਣਾ ਕਰ ਰਹੇ ਹੋ ਤਾਂ ਸ਼ਰਾਪੀ ਆ। ਤੇ ਕੀ ਫਾਇਦਾ ਹੋਇਆ ਸਾਨੂੰ ਉਸ ਵਿਵਸਥਾ ਨੂੰ ਮੰਨਣ ਦਾ। ਤਾਂ ਨੈਕਸਟ ਵਚਨ ਸਾਨੂੰ ਕੀ ਦੱਸਦਾ ਆ, ਗਲਾਤੀਆ 3 ਉਹਦੀ 11 ਔਰ 12 ਨੰਬਰ ਆਇਤ ਨੂੰ, ਹੁਣ ਇਹ ਗੱਲ ਪ੍ਰਗਟ ਹੈ ਕਿ ਪਰਮੇਸ਼ਰ ਦੇ ਅੱਗੇ ਵਿਵਸਥਾ ਦੁਆਰਾ ਕੋਈ ਧਰਮੀ ਨਹੀਂ ਠਹਿਰਦਾ। ਇਸ ਲਈ ਜੋ ਧਰਮੀ ਵਿਸ਼ਵਾਸ ਦੇ ਕਾਰਨ ਹੀ ਜਿਉਂਦਾ ਰਹੇਗਾ ਅਤੇ ਵਿਵਸਥਾ ਨੂੰ ਵਿਸ਼ਵਾਸ ਨਾਲ ਕੋਈ ਵਾਸਤਾ ਨਹੀਂ, ਸਗੋਂ ਜਿਹੜਾ ਉਹਨਾਂ ਹੁਕਮਾਂ ਦੀ ਪਾਲਣਾ ਕਰੇਗਾ ਸੋ ਉਹਨਾਂ ਦੇ ਕਾਰਨ ਜਿਉਂਦਾ ਰਹੇਗਾ। ਹਾਲੇਲੂਇਆ। ਵਿਵਸਥਾ ਜਿਹੜੀ ਆ, ਪਰਮੇਸ਼ਰ ਦਾ ਵਚਨ ਕਹਿੰਦਾ ਵਿਵਸਥਾ ਕੰਮਾਂ ਦੀ ਆ ਤੇ ਧਾਰਮਿਕਤਾ ਵਿਸ਼ਵਾਸ ਦੀ ਆ। ਤੇ ਕਹਿੰਦਾ ਹੁਣ ਯਿਸੂ ਮਸੀਹ ਨੇ ਕੰਮ ਨਹੀਂ ਵੇਖਣੇ, ਧਾਰਮਿਕਤਾ ਵੇਖਣੀ ਆ। ਹਾਂ, ਕੰਮ ਵੀ ਵੇਖੇ ਜਾਣਗੇ ਪਰ ਉਸ ਤਰੀਕੇ ਨਾਲ ਨਹੀਂ। ਧਾਰਮਿਕਤਾ ਦੇ ਲਈ ਕੰਮ ਨਹੀਂ ਕਰਨੇ ਪੈਣਗੇ, ਧਾਰਮਿਕਤਾ ਦੇ ਲਈ ਵਿਸ਼ਵਾਸ ਕਰਨਾ ਪਊਗਾ। ਜਿਹੜੇ ਸਾਡੇ ਕੰਮ ਆ ਉਹ ਸਾਨੂੰ ਸਦਾ ਦਾ ਜਿਉਣ ਦੇਣ ਦੇ ਲਈ ਦਿੱਤੇ ਜਾਣਗੇ ਕਿ ਹਾਂ ਉਹਨੇ ਕਿਹੜੇ ਕੰਮ ਕੀਤੇ ਜਿਹਦੇ ਨਾਲ ਉਹ ਸਦਾ ਦੇ ਜਿਉਣ ਦੇ ਲਾਇਕ ਹੈ ਕਿ ਨਹੀਂ ਹੈ। ਪਰ ਕੰਮਾਂ ਦੇ ਦੁਆਰਾ ਅਸੀਂ ਧਰਮੀ ਨਹੀਂ ਠਹਿਰ ਸਕਦੇ। ਸਿਰਫ ਅਸੀਂ ਕੀ ਕਰੀ ਜਾਈਏ, ਬਹੁਤ ਸਾਰਾ ਦਾਨ ਦਿੰਦੇ ਰਹੀਏ, ਗਰੀਬਾਂ ਦੀ ਮਦਦ ਕਰੀ ਜਾਈਏ, ਹਰ ਇੱਕ ਨੂੰ ਭੋਜਨ ਦਿੰਦੇ ਰਹੀਏ, ਤੇ ਉੱਤੋਂ ਅਸੀਂ ਨਿਊਜ਼ਪੇਪਰਾਂ ਦੇ ਵਿੱਚ ਨਿਊਜ਼ ਦੇ ਰਹੇ ਹਾਂ, ਐਡ ਦੇ ਰਹੇ ਹਾਂ, ਲੋਕਾਂ ਨੂੰ ਵਾਰ-ਵਾਰ ਫੋਨ ਕਰਕੇ ਦੱਸ ਰਹੇ ਹਾਂ, ਜਾਂ ਫਿਰ ਅਸੀਂ ਦਿਖਾਵਾ ਕਰ ਰਹੇ ਹਾਂ, ਜਗ੍ਹਾ ਜਗ੍ਹਾ ਦੱਸਦੇ ਫਿਰਦੇ ਮੈਂ ਇੰਨਾ ਦਾਨ ਕੀਤਾ, ਮੈਂ ਆਹ ਕੀਤਾ, ਮੈਂ ਆਹ ਕੀਤਾ। ਉਹ ਸਭ ਵਿਅਰਥ ਆ। ਕਹਿੰਦਾ ਜੇ ਤੁਸੀਂ ਵਿਵਸਥਾ ਦੇ ਹਿਸਾਬ ਦੇ ਕੰਮ ਕਰਦੇ ਆ ਤਾਂ ਫਿਰ ਤੁਸੀਂ ਵਿਵਸਥਾ ਦੀਆਂ ਸਾਰੀਆਂ ਗੱਲਾਂ ਮੰਨੋ, ਕਿਉਂਕਿ ਵਿਵਸਥਾ ਸਿਰਫ ਕੰਮਾਂ ਦੀ ਆ ਵੀ ਹਾਂ ਤੁਸੀਂ ਕਿਹੜੇ ਕੰਮ ਕਰਦੇ, ਕਿੰਨੇ ਕੁ ਕਰਦੇ, ਕਿਵੇਂ ਕਰਦੇ ਆ। ਪਰ ਜਿਹੜਾ ਧਾਰਮਿਕਤਾ ਉਹ ਨਿਰਾ ਵਿਸ਼ਵਾਸ ਆ, ਤੇ ਵਿਸ਼ਵਾਸ ਦੇ ਨਾਲ ਸਾਨੂੰ ਜੀਵਨ ਮਿਲੇਗਾ, ਹੁਣ ਵਿਵਸਥਾ ਦੇ ਨਾਲ ਨਹੀਂ। ਜੇ ਅਸੀਂ ਕਹੀਏ ਵੀ ਵਿਵਸਥਾ ਵੇਲੇ ਕੀ ਸੀਗਾ, ਪਾਪ ਦੀ ਬਲੀ ਚੜਾ ਦਿਓ, ਤੇ ਸਾਥੋਂ ਪਾਪ ਹੋ ਗਏ ਤੇ ਚਲੋ ਅਸੀਂ ਵੀ ਬਲੀ ਚੜਾ ਦਿੰਨੇ, ਤਾਂ ਇਹ ਕਬੂਲਯੋਗ ਨਹੀਂ। ਹੁਣ ਕਬੂਲ ਨਹੀਂ ਹੋਏਗੀ, ਕਿਉਂਕਿ ਬਲੀ ਚੜ ਚੁੱਕੀ ਆ। ਔਰ ਵਾਰ-ਵਾਰ ਹੁਣ ਬਲੀਆਂ ਪਰਮੇਸ਼ਰ ਨਹੀਂ ਮੰਗਦਾ। ਤੇ ਜੇ ਅਸੀਂ ਕਹੀਏ ਵੀ ਅਸੀਂ ਵਿਵਸਥਾ ਵਾਲੇ ਕੰਮ ਕਰੀਏ ਜੋ ਮੂਸਾ ਨੇ ਵਿਵਸਥਾ ਦੇ ਵਿੱਚ ਲਿਖੇ ਸੀ, ਤੇ ਉਹ ਵੀ ਅਸੀਂ ਜੇ ਕਰੀਏ, ਪਹਿਲੀ ਗੱਲ ਤਾਂ ਉਹ ਸਾਥੋਂ ਹੋਣੇ ਹੀ ਨਹੀਂ। ਅਗਰ ਅਸੀਂ ਉਹ ਇਕੱਲੇ ਅਸੀਂ ਇੱਕ ਅੱਧਾ ਜਣਾ ਇਹ ਗੱਲ ਕਰਨ ਵੀ ਲੱਗ ਜਾਵੇ ਤਾਂ ਲੋਕ ਸਾਰੇ ਉਹਦਾ ਮਖੌਲ ਉਡਾਉਣਗੇ ਕਿ ਹਜੇ ਵੀ ਪੁਰਾਣੇ ਜ਼ਮਾਨੇ 'ਚ ਜੀ ਰਿਹਾ ਆ। ਜੇ ਅੱਜ ਵੀ ਲੋਕ ਕੁੜੀਆਂ ਰਿਬਨ ਪਾ ਕੇ ਸਿਰ ਚੋਪੜ ਕੇ ਘਰੇ ਵੀ ਫਿਰਦੀਆਂ ਨੇ, ਸਕੂਲਾਂ 'ਚ ਜਾਂਦੀਆਂ ਸੋ ਜਾਂਦੀਆਂ, ਪਰ ਅੱਜ ਕੱਲ੍ਹ ਸਾਰੇ ਲੋਕ ਹੇਅਰ ਕਟਿੰਗ ਕਰਦੇ ਆ ਤੇ ਦੂਸਰਿਆਂ ਨੂੰ ਭੈਣ ਜੀ ਕਹਿ ਕੇ ਬੁਲਾਉਂਦੇ, ਔਰ ਇਹਨੂੰ ਓਲਡ ਫੈਸ਼ਨ ਕਹਿੰਦੇ ਆ। ਜਿੱਦਾਂ ਆਲਮੋਸਟ ਲੇਡੀਜ਼ ਜੋ ਪੁਰਾਣੇ ਸਮੇਂ ਦੀਆਂ ਸੀ ਇਹ ਵੈਸੇ ਸਿਰ 'ਤੇ ਤੇਲ ਲਗਾ ਕੇ ਗੁੱਤਾਂ ਕਰਕੇ ਰੱਖਦੀਆਂ ਸੀ। ਤੇ ਜੇ ਅੱਜ ਕੱਲ੍ਹ ਦੀਆਂ ਲੇਡੀਜ਼ ਕਿਤੇ ਇੱਦਾਂ ਬਾਹਰ ਨਿਕਲ ਜਾਣ ਤੇ ਲੋਕ ਉਹਨਾਂ ਦਾ ਮਖੌਲ ਉਡਾਉਣ ਕਿ ਹਜੇ ਵੀ ਬੈਕਵਰਡ ਆ। ਤੇ ਜਿਹੜਾ ਵਿਵਸਥਾ ਦੇ ਵਿੱਚ ਚੱਲ ਰਿਹਾ ਦਾ ਮਤਲਬ ਹਜੇ ਵੀ ਉਹ ਬੈਕਵਰਡ ਆ, ਉਹ ਵਰਜ਼ਨ ਉਹਦਾ ਅਪਡੇਟ ਨਹੀਂ ਹੋਇਆ, ਉਹ ਅਜੇ ਪਿਛਲੇ ਸਮੇਂ 'ਚ ਹੀ ਜਿਉ ਰਿਹਾ ਆ। ਤੇ ਵਿਵਸਥਾ ਨੂੰ ਮੰਨਣਾ ਬਹੁਤ ਮੁਸ਼ਕਿਲ ਆ। ਜੇ ਮੰਨਣਾ ਤਾਂ ਉਹ ਕਹਿੰਦਾ 100% ਮੰਨੋ। ਪਹਿਲੀ ਗੱਲ ਤਾਂ ਵਿਵਸਥਾ ਦੇ ਨਾਲ ਤੁਸੀਂ ਧਰਮੀ ਠਹਿਰ ਹੀ ਨਹੀਂ ਸਕਦੇ, ਕਿਉਂਕਿ ਵਿਵਸਥਾ ਕੰਮ ਕਰਦੀ ਆ ਗੱਲਾਂ ਤੇ, ਵਿਵਸਥਾ ਕੰਮ ਕਰਦੀ ਆ ਕੰਮਾਂ ਤੇ, ਵੀ ਹਾਂ ਜੋ ਤੁਸੀਂ ਕਿਹਾ ਉਹ ਕੰਮ ਕੀਤਾ ਕਿ ਨਹੀਂ ਕੀਤਾ। ਤੇ ਧਾਰਮਿਕਤਾ ਕੰਮ ਕਰਦੀ ਵਿਸ਼ਵਾਸ ਤੇ, ਵੀ ਤੁਹਾਡੇ ਅੰਦਰ ਕਿੰਨਾ ਕੁ ਵਿਸ਼ਵਾਸ ਆ, ਕੀ ਵਿਸ਼ਵਾਸ ਤੁਹਾਡਾ ਸਦਾ ਦੇ ਜੀਵਨ ਤੱਕ ਤੁਹਾਨੂੰ ਲਿਜਾ ਸਕਦਾ। ਬਿਲਕੁਲ ਸਾਡਾ ਵਿਸ਼ਵਾਸ ਸਾਨੂੰ ਸਦਾ ਦੇ ਜੀਵਨ ਤੱਕ ਲਿਜਾ ਸਕਦਾ ਹੈ, ਕਿਉਂਕਿ ਵਚਨ ਕਹਿੰਦਾ ਕਿ ਵਿਵਸਥਾ ਦੇ ਦੁਆਰਾ ਕੋਈ ਧਰਮੀ ਨਹੀਂ ਠਹਿਰਦਾ, ਪਰ ਧਰਮੀ ਵਿਸ਼ਵਾਸ ਦੇ ਕਾਰਨ ਜਿਉਂਦਾ ਰਹੇਗਾ। ਅਸੀਂ ਵਿਸ਼ਵਾਸ ਦੇ ਦੁਆਰਾ ਹੀ ਬਚਾ ਲਏ ਜਾਵਾਂਗੇ। ਸਾਨੂੰ ਕੀ ਲੋੜ ਹੈ ਵਾਧੂ ਦੇ ਪੰਗਿਆਂ ਦੇ ਵਿੱਚ ਪੈਣ ਦੀ।
ਵਿਵਸਥਾ 'ਚ ਬਹੁਤ ਸਾਰੇ ਪੰਗੇ ਆ, ਬਹੁਤ ਸਾਰੀਆਂ ਵਿਧੀਆਂ ਆ, ਬੜੇ ਹੁਕਮ ਆ। ਥੋੜ੍ਹੀ ਜਿਹੀ ਗਲਤੀ ਹੋ ਗਈ, ਨਹੀਂ ਮਰਿਆ ਹੋਇਆ ਨੂੰ ਵੀ ਛੂਹ ਨਹੀਂ ਸੀ ਸਕਦੇ। ਉੱਥੇ ਕੁਛ ਇੱਦਾਂ ਦੀਆਂ ਗੱਲਾਂ ਵੀ ਲਿਖੀਆਂ ਹੋਈਆਂ। ਮਰੇ ਹੋਏ ਜਾਨਵਰ ਨੂੰ ਨਹੀਂ ਛੂਹ ਸਕਦੇ ਸੀ, ਮਰੇ ਹੋਏ ਬੰਦੇ ਨੂੰ ਨਹੀਂ ਛੂਹ ਸਕਦੇ। ਪਤਾ ਨਹੀਂ ਕਿੰਨੇ ਦਿਨ ਅਸੀਂ ਉਦੋਂ ਉਹਦੇ ਵਿੱਚ ਭਵਨ ਦੇ ਵਿੱਚ ਵੜ ਨਹੀਂ ਸਕਦੇ ਸੀ ਜੇ ਕਿਸੇ ਮਰੇ ਹੋਏ ਦੀ ਲਾਸ਼ ਨੂੰ ਛੂਹਿਆ ਹੋਵੇ ਤਾਂ। ਅਸੀਂ ਬਹੁਤ ਪੰਗੇ ਆ ਵਿਵਸਥਾ ਦੇ ਵਿੱਚ। ਸਾਥੋਂ ਇਹ ਸਾਰਾ ਕੁਝ ਹੋਣਾ ਨਹੀਂ ਸੀਗਾ, ਇਸੇ ਲਈ ਸਾਡੇ ਨਾਲ ਨਵਾਂ ਨੇਮ ਬੰਨਿਆ ਗਿਆ ਆ। ਕਿਉਂਕਿ ਵਚਨ ਸਾਨੂੰ ਕੀ ਕਹਿੰਦਾ, ਨੈਕਸਟ ਵਚਨ ਜੋ ਅਸੀਂ ਪੜਾਂਗੇ ਗਲਾਤੀਆ 3:13 ਨੰਬਰ ਆਇਤ ਨੂੰ, ਮਸੀਹ ਨੇ ਸਾਨੂੰ ਮੁੱਲ ਲੈ ਕੇ ਵਿਵਸਥਾ ਦੇ ਸ਼ਰਾਪ ਤੋਂ ਛੁਡਾਇਆ, ਇਸ ਕਰਕੇ ਜੋ ਉਹ ਸਾਡੇ ਲਈ ਸ਼ਰਾਪ ਬਣਿਆ। ਕਿਉਂ ਜੋ ਲਿਖਿਆ ਹੋਇਆ ਹੈ ਕਿ ਸ਼ਰਾਪੀ ਹੈ ਹਰੇਕ ਜਿਹੜਾ ਰੁੱਖ ਅਰਥਾਤ ਕਾਠ ਉੱਤੇ ਟੰਗਿਆ ਜਾਂਦਾ ਹੈ। ਹਾਲੇਲੂਇਆ। ਵਿਵਸਥਾ ਦੇ ਕੰਮ ਬਹੁਤ ਜ਼ਿਆਦਾ ਔਖੇ ਸੀ, ਔਰ ਵਿਵਸਥਾ ਦੇ ਕੰਮਾਂ ਦੇ ਨਾਲ ਅਸੀਂ ਧਰਮੀ ਵੀ ਨਹੀਂ ਸੀ ਠਹਿਰ ਪਾਉਂਦੇ। ਵਿਵਸਥਾ ਤੋਂ ਸਾਨੂੰ ਪਵਿੱਤਰ ਆਤਮਾ ਵੀ ਨਹੀਂ ਸੀ ਮਿਲਣਾ। ਇਸ ਕਰਕੇ ਯੀਸ਼ੂ ਮਸੀਹ ਆਏ ਤਾਂ ਉਹਨਾਂ ਨੇ ਆਪਣੇ ਲਹੂ ਨੂੰ ਵਹਾ ਕੇ ਸਾਨੂੰ ਮੁੱਲ ਖਰੀਦ ਲਿਆ, ਸਾਨੂੰ ਉਸ ਸ਼ਰਾਪ ਤੋਂ ਛੁਡਾਉਣ ਦੇ ਲਈ। ਜਿਹੜਾ ਸ਼ਰਾਪ ਸੀ ਵਿਵਸਥਾ ਇੱਕ ਸ਼ਰਾਪ, ਵੈਸੇ ਵਿਵਸਥਾ ਸ਼ਰਾਪ ਤਾਂ ਨਹੀਂ ਸੀ, ਪਰ ਜਿਹੜੇ ਨਹੀਂ ਮੰਨਦੇ ਸੀ ਉਹਨਾਂ ਲਈ ਸ਼ਰਾਪ ਸੀ। ਕਿਉਂਕਿ ਇੰਨੀਆਂ ਗੱਲਾਂ ਕਿਸੇ ਤੋਂ ਮੰਨੀਆਂ ਜਾਂਦੀਆਂ ਨਹੀਂ ਸੀ ਤੇ ਉਹ ਸ਼ਰਾਪੀ ਠਹਿਰ ਜਾਂਦੇ ਸੀ। ਤੇ ਜਿਹੜੇ ਸ਼ਰਾਪੀ ਠਹਿਰ ਰਹੇ ਸੀ ਉਹ ਆਪਣੇ ਆਪ 'ਚ ਹੀ ਮਰਦੇ ਰਹਿੰਦੇ ਸੀ ਵੀ ਹਾਂ ਮੇਰੇ ਤੋਂ ਵਿਵਸਥਾ ਪੂਰੀ ਨਹੀਂ ਹੋਈ ਤੇ ਹੁਣ ਮੈਂ ਸਵਰਗ 'ਚ ਨਹੀਂ ਜਾ ਪਾਵਾਂਗਾ। ਤੇ ਜਿਹੜੇ ਸ਼ਰਾਪੀ ਵਿਵਸਥਾ ਵੱਲੋਂ ਵੀ ਠਹਿਰੇ ਤੇ ਵਿਸ਼ਵਾਸ ਵੱਲੋਂ ਵੀ ਡਿੱਗ ਗਏ ਤੇ ਉਹਨਾਂ ਦਾ ਨਾਸ਼ ਪੱਕਾ ਸੀ। ਤੇ ਸਾਨੂੰ ਨਾਸ਼ ਤੋਂ ਬਚਾਉਣ ਦੇ ਲਈ, ਸ਼ਰਾਪ ਤੋਂ ਬਚਾਉਣ ਦੇ ਲਈ, ਵਿਵਸਥਾ ਤੋਂ ਛੁਡਾਉਣ ਦੇ ਲਈ ਨਵਾਂ ਨੇਮ ਲੈ ਕੇ, ਨਵੇਂ ਨੇਮ ਦਾ ਲਹੂ ਲੈ ਕੇ ਯੀਸ਼ੂ ਮਸੀਹ ਆਏ ਅਤੇ ਖੁਦ ਸ਼ਰਾਪੀ ਬਣ ਗਏ। ਕਹਿੰਦਾ ਵਚਨ 'ਚ ਲਿਖਿਆ ਜਿਹੜਾ ਲੱਕੜ ਉੱਤੇ, ਕਾਂਠ ਉੱਤੇ ਟੰਗਿਆ ਜਾਂਦਾ ਆ ਉਹ ਸ਼ਰਾਪੀ ਹੋਏਗਾ। ਤਾਂ ਉਹ ਸਾਡੇ ਲਈ ਉਸ ਕਾਂਠ ਉੱਤੇ ਟੰਗਿਆ ਗਿਆ ਤੇ ਖੁਦ ਸ਼ਰਾਪੀ ਬਣ ਗਿਆ, ਪਰ ਸਾਨੂੰ ਉਸ ਸ਼ਰਾਪ ਤੋਂ ਛੁਡਾ ਲਿਆ ਜਿਹਦੇ ਵਿੱਚ ਅਸੀਂ ਫਸੇ ਜਾ ਰਹੇ ਸੀ। ਕਿਉਂਕਿ ਬਹੁਤੀਆਂ ਔਖੀਆਂ ਗੱਲਾਂ ਤੇ ਬੜੇ ਵੱਡੇ ਕਾਨੂੰਨ ਸੀ ਜਿਹੜੇ ਸਾਥੋਂ ਪੂਰੇ ਨਹੀਂ ਸੀ ਹੁੰਦੇ, ਅਤੇ ਉਹਨੇ ਉਹ ਸਭ ਬਦਲ ਕੇ ਬਹੁਤ ਸੌਖਾ ਜਿਹਾ ਕੰਮ ਕਰਤਾ। ਸਿਰਫ ਵਿਸ਼ਵਾਸ। ਪਹਿਲਾਂ ਸਾਨੂੰ ਬਹੁਤ ਸਾਰੇ ਕੰਮ ਕਰਨੇ ਪੈਂਦੇ ਸੀ ਤੇ ਸਾਰੇ ਸਾਥੋਂ ਹੁੰਦੇ ਨਹੀਂ ਸੀ ਤੇ ਅਸੀਂ ਸ਼ਰਾਪਿਤ ਹੋ ਜਾਂਦੇ ਸੀ। ਤੇ ਹੁਣ ਉਹਨੇ ਸਾਡੇ ਨਾਲ ਕੀ ਕੀਤਾ, ਨਵਾਂ ਨੇਮ ਬਣ ਕੇ ਸਾਰਾ ਕੰਮ ਸੌਖਾ ਕਰਤਾ। ਹੁਣ ਜਿਸ ਦਿਨ ਆਪਾਂ ਇਹ ਗੱਲ ਕੀਤੀ ਸੀ ਕਿ ਜਿਹੜਾ ਪਰਮੇਸ਼ਰ ਦਾ ਆਤਮਾ ਆ ਉਹਨੇ ਸਾਨੂੰ ਪਹਿਲਾਂ ਹੀ ਮਸਾ ਕੀਤਾ ਹੋਇਆ ਆ, ਸਾਨੂੰ ਕਿਸੇ ਦਾਸ ਤੋਂ ਆਪਣੇ ਸਿਰ ਤੇ ਹੱਥ ਰਖਾਉਣ ਦੀ ਲੋੜ ਨਹੀਂ। ਤਾਂ ਉਸ ਦਿਨ ਇੱਕ ਬ੍ਰਦਰ ਨੇ ਸਵਾਲ ਕੀਤਾ ਸੀਗਾ ਕਿ ਪੁਰਾਣੇ ਨੇਮ ਦੇ ਵਿੱਚ ਬਹੁਤ ਸਾਰੇ ਨਬੀਆਂ ਨੇ, ਬਹੁਤ ਸਾਰੇ ਨਵੇਂ ਨਬੀਆਂ ਨੂੰ ਤੇਲ ਲੈ ਕੇ ਉਹਨਾਂ ਦੇ ਸਿਰ ਤੇ ਪਾਇਆ ਤੇ ਉਹਨਾਂ ਨੂੰ ਮਸਾ ਕੀਤਾ ਤੇ ਉਹਨਾਂ ਨੂੰ ਨਬੀ ਬਣਾਇਆ। ਤਾਂ ਫਿਰ ਜਦੋਂ ਉਹਨਾਂ ਲੋਕਾਂ ਨੂੰ ਨਬੀਆਂ ਦੇ ਦੁਆਰਾ ਮਸਾ ਕੀਤਾ ਗਿਆ ਤਾਂ ਫਿਰ ਹੁਣ ਮਸਾ ਕਿਉਂ ਨਹੀਂ ਕੀਤਾ ਜਾਂਦਾ? ਤਾਂ ਉਸ ਵੇਲੇ ਪਵਿੱਤਰ ਆਤਮਾ ਨਹੀਂ ਸੀ, ਬਹੁਤ ਸਾਰੇ ਕੰਮ ਸੀ ਜਿਹੜੇ ਇਨਸਾਨਾਂ ਦੇ ਦੁਆਰਾ ਹੀ ਕਰਵਾਏ ਜਾਂਦੇ ਸੀ। ਪਰਮੇਸ਼ਰ ਦਾ ਦੂਤ ਆਉਂਦਾ ਸੀ, ਇਨਸਾਨਾਂ ਦੇ ਮਨਾਂ ਦੇ ਵਿੱਚ ਵਿਚਾਰ ਪਾਉਂਦਾ ਸੀ। ਉਹ ਇਨਸਾਨ ਹੀ ਭਵਿੱਖਬਾਣੀਆਂ ਕਰਦੇ ਸੀ, ਇਨਸਾਨ ਹੀ ਰੋਗੀਆਂ ਨੂੰ ਚੰਗੇ ਕਰਦੇ ਸੀ, ਉਹ ਇਨਸਾਨ ਹੀ ਪ੍ਰਭੂ ਦਾ ਵਚਨ ਲੈ ਕੇ ਜਾਂਦੇ ਸੀ, ਯਹੋਵਾ ਪਰਮੇਸ਼ਰ ਦਾ ਵਚਨ ਲੈ ਕੇ ਜਾਂਦੇ ਸੀ ਤੇ ਉਹਦੇ ਨਾਲ ਉਹਨਾਂ ਨੂੰ ਚੰਗਿਆਂ ਕਰ ਦਿੰਦੇ ਸੀ। ਤੇ ਜਦੋਂ ਵਚਨ ਹੀ ਸਾਡੇ ਕੋਲੇ ਧਰਤੀ ਤੇ ਆ ਗਿਆ, ਜਦੋਂ ਵਚਨ ਆਤਮਾ ਬਣ ਕੇ ਸਾਡੇ ਕੋਲੇ ਉਤਰ ਆਇਆ, ਤਾਂ ਹੁਣ ਉਹ ਵਚਨ ਹੀ ਕੰਮ ਕਰ ਰਿਹਾ, ਕੰਮ ਉਹ ਵਚਨ ਹੀ ਕਰ ਰਿਹਾ। ਪਹਿਲਾਂ ਉਹ ਵਚਨ ਕਿਸੇ ਇਨਸਾਨ ਦੇ ਦੁਆਰਾ ਕੰਮ ਕਰ ਰਿਹਾ ਸੀ, ਹੁਣ ਉਹ ਵਚਨ ਸਿੱਧਾ ਕੰਮ ਕਰ ਰਿਹਾ ਆ। ਹੁਣ ਉਹ ਪਵਿੱਤਰ ਆਤਮਾ ਦਾ ਰੂਪ ਲੈ ਕੇ ਆਇਆ ਅਤੇ ਸਾਨੂੰ ਆਪਣੇ ਆਪ ਹੀ ਮਸਾ ਕਰ ਦਿੰਦਾ ਆ। ਸਾਨੂੰ ਹੁਣ ਕਿਸੇ ਇਨਸਾਨ ਤੋਂ ਮਸਾ ਆਉਣ ਦੀ ਲੋੜ ਨਹੀਂ ਆ। ਤੇ ਜਦੋਂ ਬਹੁਤ ਸਾਰੀਆਂ ਗੱਲਾਂ ਬਦਲ ਗਈਆਂ ਤਾਂ ਸਭ ਦੀ ਸਭ ਵਿਵਸਥਾ ਪਲਟ ਗਈ। ਪਰ ਹੁਣ ਇਹਦਾ ਮਤਲਬ ਇਹ ਨਹੀਂ ਆ ਕਿ ਯੀਸ਼ੂ ਮਸੀਹ ਨੇ ਆਪਣੇ ਬਾਪ ਦੀ ਲਿਖੀ ਹੋਈ ਵਿਵਸਥਾ ਦੀ ਉਲੰਘਣਾ ਕੀਤੀ। ਉਹ ਜਾਣਨ ਦੇ ਲਈ ਨੈਕਸਟ ਅਸੀਂ ਵਚਨ 'ਚੋਂ ਪੜਾਂਗੇ ਮਤੀ 5:17 ਨੰਬਰ ਆਇਤ ਨੂੰ, ਇਹ ਨਾ ਸੋਚੋ ਕਿ ਮੈਂ ਮੂਸਾ ਦੀ ਵਿਵਸਥਾ ਜਾਂ ਨਬੀਆਂ ਦੇ ਉਪਦੇਸ਼ ਨੂੰ ਰੱਦ ਕਰਨ ਆਇਆ ਹਾਂ। ਮੈਂ ਰੱਦ ਕਰਨ ਨਹੀਂ ਸਗੋਂ ਪੂਰੀਆਂ ਕਰਨ ਆਇਆ ਹਾਂ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਕਹਿੰਦਾ ਕਿ ਯੀਸ਼ੂ ਮਸੀਹ ਨੇ ਉਹ ਕੰਮ ਜਿਹੜਾ ਪਹਿਲਾਂ ਲੋਕਾਂ ਦੇ ਦੁਆਰਾ ਕਰਦੇ ਸੀ ਹੁਣ ਖੁਦ ਸੰਭਾਲ ਲਿਆ। ਕਿ ਪਹਿਲਾਂ ਲੋਕਾਂ ਦੇ ਦੁਆਰਾ ਉਹ ਦੂਤਾਂ ਨੂੰ ਭੇਜਦੇ ਸੀ ਤੇ ਨਬੀਆਂ ਨੂੰ, ਲੋਕਾਂ ਨੂੰ ਨਵਿਆਂ ਨੂੰ ਤਿਆਰ ਕਰਕੇ ਨਬੀ ਬਣਾ ਕੇ ਉਹਨਾਂ ਦੇ ਦੁਆਰਾ ਕੰਮ ਲੈਂਦੇ ਸੀ। ਅਤੇ ਹੁਣ ਪਰਮੇਸ਼ਰ ਨੇ ਵਰਜ਼ਨ ਅਪਡੇਟ ਕਰ ਦਿੱਤਾ। ਹੁਣ ਨਵਾਂ ਵਰਜ਼ਨ, ਪ੍ਰੋ ਵਰਜ਼ਨ ਆ ਗਿਆ। ਸਿਰਫ ਆਤਮਾ ਹੀ ਆ ਔਰ ਸਾਰੇ ਕੰਮ ਆਤਮਾ ਆਪੇ ਹੀ ਕਰ ਲੈਂਦਾ। ਹੁਣ ਇਨਸਾਨਾਂ ਨੂੰ ਪਰਮੇਸ਼ਰ ਨੇ ਵਿਹਲੇ ਕਰਤਾ। ਜਿੱਦਾਂ ਬਹੁਤ ਸਾਰੀ ਨਵੀਂ ਟੈਕਨੋਲੋਜੀ ਆਉਣ ਦੇ ਨਾਲ ਬਹੁਤ ਸਾਰੇ ਕੰਮਾਂ ਤੋਂ ਅਸੀਂ ਵਿਹਲੇ ਹੋ ਗਏ। ਜਿੱਦਾਂ ਪਹਿਲਾਂ ਚਿੱਠੀਆਂ ਲਿਖੀਆਂ ਜਾਂਦੀਆਂ ਸੀ, ਲੋਕ ਆਉਂਦੇ ਜਾਂਦੇ ਸੀ, ਚਿੱਠੀਆਂ ਫੜਾਉਂਦੇ ਸੀ। ਹੁਣ ਦਿਨ 'ਚ ਭਾਵੇਂ 1000 ਚਿੱਠੀਆਂ ਇੱਕੋ ਪਲ ਦੇ ਵਿੱਚ ਪਹੁੰਚ ਜਾਂਦੀਆਂ ਆ। ਤਾਂ ਜਿੱਦਾਂ ਐਂਡਰੋਇਡ ਫੋਨ ਆਉਣ ਦੇ ਨਾਲ ਦੂਰੀਆਂ ਮਿਟ ਗਈਆਂ, ਉਸੇ ਤਰ੍ਹਾਂ ਪਵਿੱਤਰ ਆਤਮਾ ਆਉਣ ਦੇ ਨਾਲ ਪਰਮੇਸ਼ਰ ਦੇ ਵਿੱਚ ਅਤੇ ਇਨਸਾਨ ਦੇ ਵਿੱਚ ਦੇ ਰਾਸਤੇ ਦਾ ਜਿਹੜਾ ਫਾਸਲਾ ਸੀ ਉਹ ਘਟ ਗਿਆ ਆ।
ਪਵਿੱਤਰ ਆਤਮਾ ਧਰਤੀ ਤੇ ਆਉਂਦਾ ਜਾਂਦਾ ਆ, ਲੋਕਾਂ ਦੇ ਵਿੱਚ ਰਹਿੰਦਾ, ਗੱਲਬਾਤ ਕਰਦਾ, ਮਿਲਦਾ ਜੁਲਦਾ, ਠੀਕ ਕਰਦਾ, ਚੰਗਿਆਈ ਦਿੰਦਾ, ਭਲੇ ਦਿੰਦਾ ਔਰ ਸ਼ੁੱਧ ਕਰਦਾ, ਮਸਾ ਕਰਦਾ, ਸਮਝ ਦਿੰਦਾ, ਬੁੱਧ ਦਿੰਦਾ। ਪਵਿੱਤਰ ਆਤਮਾ ਆਪਣੇ ਆਪ ਹੀ ਉਹ ਕੰਮ ਕਰ ਰਿਹਾ। ਜਿੱਦਾਂ ਹੁਣ ਫੋਨ ਨੇ ਬਹੁਤ ਸਾਰੇ ਕੰਮਾਂ ਦੀ ਜਗ੍ਹਾ ਲੈ ਲਈ। ਪਹਿਲਾਂ ਫੋਨ ਸਿਰਫ ਫੋਨ ਤੇ ਗੱਲ ਕਰਨ ਲਈ ਹੁੰਦੇ ਸੀ, ਫਿਰ ਹੌਲੀ ਹੌਲੀ ਫੋਨ ਤੇ ਵੀਡੀਓ ਕਾਲ ਹੋਣ ਲੱਗ ਗਈ। ਹੁਣ ਹੌਲੀ ਹੌਲੀ ਫੋਨ ਤੇ ਬਿੱਲ ਵੀ ਭਰੇ ਜਾਣ ਲੱਗੇ, ਗੈਸ ਸਿਲੰਡਰ ਵੀ ਭਰਿਆ ਜਾਣ ਲੱਗਿਆ, ਸ਼ਾਪਿੰਗ ਵੀ ਕੀਤੀ ਜਾਣ ਲੱਗੀ, ਫੋਟੋਜ਼ ਖਿੱਚ ਲਈ ਕਰਨ ਲੱਗ ਗਏ, ਆਪਾਂ ਵੀਡੀਓ ਕਾਲ ਕਰਨ ਲੱਗੇ, ਬਹੁਤ ਕੁਝ ਕਰਨ ਲੱਗ ਗਏ ਹੁਣ ਅਸੀਂ ਫੋਨ ਤੇ। ਫੋਨ ਨੇ 10,000 ਬੰਦਿਆਂ ਦੀ ਜਗ੍ਹਾ ਇਕੱਲੇ ਨੇ ਲੈ ਲਈ। 10,000 ਬੰਦੇ ਜਿਹੜੇ ਕੰਮ ਅਲੱਗ-ਅਲੱਗ ਕਰਦੇ ਸੀ ਉਹ ਹੁਣ ਇਕੱਲਾ ਫੋਨ ਕਰ ਲੈਂਦਾ। ਉਸੇ ਤਰ੍ਹਾਂ ਜਦੋਂ ਪਹਿਲਾਂ ਬਹੁਤ ਸਾਰੇ ਨਬੀ ਠਹਿਰਾਏ ਜਾਂਦੇ ਸੀ, ਬਹੁਤ ਸਾਰੇ ਲੋਕਾਂ ਨੂੰ ਸੁਨੇਹੇ ਦਿੱਤੇ ਜਾਂਦੇ ਸੀ, ਅਲੱਗ-ਅਲੱਗ ਨਬੀ ਦੇ ਦੁਆਰਾ ਉਸ ਤੋਂ ਬਾਅਦ ਇੱਕ ਨਵਾਂ ਨਬੀ ਤਿਆਰ ਕੀਤਾ ਜਾਂਦਾ ਸੀ ਤੇ ਉਹ ਸੁਨੇਹੇ ਦਿੰਦਾ ਸੀ। ਅਤੇ ਹੁਣ ਪਵਿੱਤਰ ਆਤਮਾ ਇਕੱਲਾ ਹੀ ਮਹਾਨ ਆ, ਉਹ ਆਪਣੇ ਕੰਮ ਸਾਰੇ ਇਕੱਲਾ ਹੀ ਕਰ ਲੈਂਦਾ ਅਤੇ ਹੁਣ ਉਹਨੂੰ ਕਿਸੇ ਹੋਰ ਦੀ ਜ਼ਰੂਰਤ ਨਹੀਂ ਆ। ਇਸੇ ਕਰਕੇ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਪਤਾ ਲੱਗਿਆ ਵੀ ਹੁਣ ਮੈਨੂੰ ਬਹੁਤੇ ਇਨਸਾਨਾਂ ਦੀ ਤਾਂ ਲੋੜ ਨਹੀਂ ਆ, ਵੀ ਮੈਂ ਬਹੁਤਿਆਂ ਇਨਸਾਨਾਂ ਦੇ ਦੁਆਰਾ ਹੀ ਸਾਰੇ ਕੰਮ ਲਵਾਂ। ਸਾਰੇ ਕੰਮ ਤਾਂ ਨਹੀਂ, ਪਰ ਬਹੁਤ ਕੰਮ ਆ ਜਿਹੜੇ ਹਜੇ ਵੀ ਇਨਸਾਨਾਂ ਦੇ ਦੁਆਰਾ ਹੁੰਦੇ ਆ। ਪਰ ਆ ਨਹੀਂ ਹੈਗਾ ਕਿ ਇਨਸਾਨ ਮਸਾ ਹੀ ਕਰਨ, ਮਸਾ ਪਵਿੱਤਰ ਆਤਮਾ ਦੇ ਵੱਲੋਂ ਪਾਉਣਾ ਆ, ਪਰ ਪ੍ਰਚਾਰ ਇਨਸਾਨ ਦੁਆਰਾ ਹੁੰਦਾ। ਔਰ ਉਹ ਪ੍ਰਚਾਰ ਇਨਸਾਨ ਦੇ ਦੁਆਰਾ ਕਿੱਦਾਂ ਹੁੰਦਾ? ਜਿੱਦਾਂ ਹਜੇ ਕੱਲ੍ਹ ਹੀ ਕਿਸੇ ਸਿਸਟਰ ਨੇ ਮੇਰੇ ਨਾਲ ਗੱਲ ਕੀਤੀ ਕਿ ਤੁਸੀਂ ਘਰੇ ਹੀ ਬਾਈਬਲ ਪੜ੍ਹ ਕੇ ਤੁਹਾਨੂੰ ਕਿਸੇ ਨੇ ਸਿਖਾਇਆ ਨਹੀਂ ਤਾਂ ਤੁਹਾਨੂੰ ਇਹ ਗੱਲਾਂ ਕਿੱਥੋਂ ਮਿਲੀਆਂ? ਤਾਂ ਬੇਸ਼ੱਕ ਕੋਈ ਇਨਸਾਨ ਮੇਰੇ ਕੋਲੇ ਘਰੇ ਨਹੀਂ ਆ ਸਕਦਾ ਹਰ ਰੋਜ਼, ਪਰ ਪਵਿੱਤਰ ਆਤਮਾ ਹਰ ਰੋਜ਼ ਆਉਂਦਾ ਆ ਤੇ ਹਰ ਰੋਜ਼ ਨਵੀਂ ਸਮਝ ਤੇ ਨਵੇਂ ਵਚਨ ਦੇ ਕੇ ਜਾਂਦਾ। ਤੇ ਜਦੋਂ ਸਾਨੂੰ ਪਤਾ ਵੀ ਕੋਈ ਇਨਸਾਨ ਆਏਗਾ, ਪਹਿਲਾਂ ਤਾਂ ਸਫ਼ਰ ਤੈਅ ਕਰਕੇ ਆਏਗਾ, ਫਿਰ ਉਹ ਕੁਝ ਸਮਝਾਏਗਾ, ਫਿਰ ਉਹਦੀ ਗੱਲ ਮੈਨੂੰ ਚੰਗੀ ਲੱਗੇ ਚਾਹੇ ਨਾ ਲੱਗੇ, ਮੈਨੂੰ ਸਮਝ ਆਏ ਚਾਹੇ ਨਾ ਆਵੇ। ਔਰ ਇੰਨਾ ਸਮਾਂ ਕਿਸੇ ਕੋਲੇ ਨਹੀਂ ਕਿ ਕੋਈ ਰੋਜ਼ ਕਿਸੇ ਕੋਲੇ ਆਵੇ ਜਾਂ ਮੈਂ ਰੋਜ਼ ਕਿਸੇ ਕੋਲੇ ਜਾਵਾਂ ਤੇ ਉਹ ਮੈਨੂੰ ਸਿਖਾਵੇ। ਪਰ ਪਵਿੱਤਰ ਆਤਮਾ ਇੱਕ ਪਲ ਦੇ ਵਿੱਚ ਆਉਂਦਾ, ਇੱਕ ਪਲ ਦੇ ਵਿੱਚ ਚਲਾ ਜਾਂਦਾ, ਇੱਕ ਪਲ ਦੇ ਵਿੱਚ ਸਮਝ ਦੇ ਜਾਂਦਾ, ਇੱਕ ਪਲ ਦੇ ਵਿੱਚ ਡਾਊਟ ਕਲੀਅਰ ਕਰ ਜਾਂਦਾ। ਤੇ ਜਦੋਂ ਫਾਸਟ ਵੇ ਹੈਗਾ ਸਾਡੇ ਕੋਲੇ, ਫਿਰ ਅਸੀਂ ਸਲੋ ਵੇ 'ਚ ਕਿਉਂ ਚੱਲੀਏ? ਤਾਂ ਉਸੇ ਤਰ੍ਹਾਂ ਯਿਸੂ ਮਸੀਹ ਕਹਿ ਰਹੇ ਕਿ ਜਦੋਂ ਮੈਨੂੰ ਨਵਾਂ ਵਰਜ਼ਨ ਮਿਲ ਗਿਆ, ਅਪਡੇਟ ਵਰਜ਼ਨ ਮਿਲ ਗਿਆ, ਵਧੀਆ ਕੁਆਲਿਟੀ ਮਿਲ ਗਈ, ਸੌਖਾ ਰਾਹ ਮਿਲ ਗਿਆ, ਜਦੋਂ ਅੱਜ ਮੇਰੇ ਕੋਲੇ ਫ਼ੋਨ ਹੈਗਾ ਆ, ਮੈਂ ਫ਼ੋਨ ਦੇ ਦੁਆਰਾ 1 ਸੈਕਿੰਡ 'ਚ ਅਮਰੀਕਾ ਕੈਨੇਡਾ ਪਹੁੰਚ ਸਕਦਾ, ਤਾਂ ਮੈਂ ਕਿਉਂ ਚਿੱਠੀਆਂ ਪਾਵਾਂ? ਕਹਿੰਦਾ ਮੈਂ ਵਿਵਸਥਾ ਨੂੰ ਪੂਰਾ ਕਰਤਾ ਵੀ ਹੁਣੇ ਅਪਡੇਟ ਵਰਜ਼ਨ ਲੈ ਕੇ ਆਈਏ, ਪਵਿੱਤਰ ਆਤਮਾ ਨੂੰ ਦੇਈਏ ਅਤੇ ਉਹ ਸੌਖੇ ਤਰੀਕੇ ਨਾਲ, ਫਾਸਟ ਤਰੀਕੇ ਦੇ ਨਾਲ ਵੱਧ ਕੰਮ ਕਰਦਾ, ਉਹ ਇਕੱਲਾ ਹੀ। ਤਾਂ ਲਾਸਟ ਸ਼ਬਦ ਜਿਹੜਾ ਸਾਡੇ ਮਨ 'ਚ ਡਾਊਟ ਆ ਕਿ ਜੇ ਅਸੀਂ ਵਿਵਸਥਾ ਨੂੰ ਮੰਨਣਾ ਹੀ ਨਹੀਂ ਤਾਂ ਫਿਰ ਵਿਵਸਥਾ ਆਖਿਰ ਲਿਖੀ ਕਿਉਂ ਗਈ ਆ? ਆਖਿਰ ਕਿਉਂ ਸਾਡੇ ਸਾਹਮਣੇ ਪਈ ਆ ਇਹ ਵਿਵਸਥਾ ਜੇ ਅਸੀਂ ਇਹਨੂੰ ਮੰਨਣਾ ਹੀ ਨਹੀਂ? ਤਾਂ ਉਹ ਜਾਣਨ ਦੇ ਲਈ ਅਸੀਂ ਲਾਸਟ ਵਚਨ 'ਚੋਂ ਪੜਾਂਗੇ, ਰੋਮੀਆਂ 3:21 ਨੰਬਰ ਆਇਤ ਨੂੰ। ਪਰ ਹੁਣ ਵਿਵਸਥਾ ਤੋਂ ਬਿਨਾਂ ਪਰਮੇਸ਼ਰ ਦੀ ਧਾਰਮਿਕਤਾ ਪ੍ਰਗਟ ਹੋਈ ਹੈ, ਵਿਵਸਥਾ ਅਤੇ ਨਬੀ ਉਸ ਦੀ ਗਵਾਹੀ ਦਿੰਦੇ ਹਨ। ਹਾਲੇਲੂਇਆ। ਤਾਂ ਇਸ ਵਚਨ ਨੇ ਸਾਡਾ ਇਹ ਵੀ ਸ਼ੱਕ ਕਲੀਅਰ ਕਰਤਾ ਕਿ ਜਿਹੜੀ ਵਿਵਸਥਾ ਆ ਉਹ ਸਿਰਫ ਗਵਾਹੀ ਆ। ਹੁਣ ਅਗਰ ਆਪਾਂ ਕਿਸੇ ਦੀ ਗਵਾਹੀ, ਅੱਜ ਵੀ ਆਪਾਂ ਜੋ ਗਵਾਹੀਆਂ ਸੁਣੀਆਂ, ਇਹਨੂੰ ਅਗਰ ਗਵਾਹੀਆਂ ਨੂੰ ਤੁਸੀਂ ਸੁਣੋ ਤੁਹਾਨੂੰ ਕੋਈ ਫਾਇਦਾ ਨਹੀਂਗਾ, ਪਰ ਤੁਹਾਨੂੰ ਇਹ ਸੁਣ ਕੇ ਇੰਨਾ ਤਾਂ ਜ਼ਰੂਰ ਪਤਾ ਲੱਗਦਾ ਨਾ ਕਿ ਪਰਮੇਸ਼ਰ ਆ ਵੀ ਕੰਮ ਕਰ ਸਕਦਾ ਆ। ਆਹ ਕੰਮ ਮੈਨੂੰ ਨਹੀਂ ਸੀ ਲੱਗਦਾ ਹੋ ਜਾਏਗਾ, ਪਰ ਪਰਮੇਸ਼ਰ ਹੀ ਕੰਮ ਕਰ ਸਕਦਾ ਆ। ਹਾਂ, ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਪਰਮੇਸ਼ਰ ਆ ਵੀ ਕੰਮ ਕਰ ਸਕਦਾ। ਕਈ ਵਾਰੀ ਕੋਈ ਇੱਦਾਂ ਦੀ ਗਵਾਹੀ ਹੁੰਦੀ ਕਿ ਅਸੀਂ ਸਾਰੇ ਬਹੁਤ ਚੌਂਕ ਜਾਂਦੇ ਕਿ ਵਾਹ ਇੰਨਾ ਅਮੇਜ਼ਿੰਗ ਕੰਮ ਪਰਮੇਸ਼ਰ ਨੇ ਕੀਤਾ। ਤਾਂ ਸਾਨੂੰ ਦੱਸਣ ਦੇ ਲਈ ਵੀ ਪਰਮੇਸ਼ਰ ਨੇ ਕਿਹੜੇ ਕੰਮ ਕੀਤੇ ਆ, ਉਹਦੇ ਲਈ ਇੱਕ ਗਵਾਹੀ ਦੇ ਤੌਰ ਤੇ ਵਿਵਸਥਾ ਅੱਜ ਸਾਡੇ ਕੋਲ ਪਈ ਆ, ਸਿਰਫ ਗਵਾਹੀ ਦੇ ਤੌਰ ਤੇ। ਜਿੱਦਾਂ ਹੁਣ ਸਾਨੂੰ ਕਦੇ ਵੀ ਨਹੀਂ ਸੀ ਪਤਾ ਲੱਗਣਾ ਵੀ ਪਰਮੇਸ਼ਰ ਸਾਡੇ ਲਈ ਸਮੁੰਦਰ ਨੂੰ ਵੀ 2 ਭਾਗ ਕਰ ਸਕਦਾ ਆ। ਸਾਨੂੰ ਕਦੇ ਵੀ ਨਹੀਂ ਸੀ ਪਤਾ ਲੱਗਣਾ ਕਿ ਪਰਮੇਸ਼ਰ ਨੇ ਕਿਸੇ ਵੇਲੇ ਲੋਕਾਂ ਨੂੰ ਸ਼ੇਰਾਂ ਦੇ ਮੂੰਹ 'ਚੋਂ ਵੀ ਬਚਾਇਆ ਆ। ਅਸੀਂ ਕਦੇ ਵੀ ਨਹੀਂ ਸੀ ਸਮਝ ਸਕਦੇ ਕਿ ਪਰਮੇਸ਼ਰ ਕਦੇ ਕਿਸੇ ਦੀਆਂ ਬੇੜੀਆਂ ਵੀ ਖੋਲ੍ਹ ਸਕਦਾ। ਅਸੀਂ ਕਦੇ ਵੀ ਇਹਨਾਂ ਗੱਲਾਂ ਨੂੰ ਸਮਝ ਹੀ ਨਹੀਂ ਸੀ ਪਾਉਣਾ ਜਾਂ ਕਿਸੇ ਜਾਣ ਹੀ ਨਹੀਂ ਸੀ ਪਾਉਣਾ। ਸਾਨੂੰ ਤਾਂ ਇਹ ਗੱਲਾਂ ਦੀ ਕਿਸੇ ਨੇ ਦੱਸਣਾ ਹੀ ਨਹੀਂ ਸੀ ਜੇ ਵਿਵਸਥਾ ਨਾ ਹੁੰਦੀ ਕਿ ਪਰਮੇਸ਼ਰ ਅੱਗ ਦੀਆਂ ਭੱਠੀਆਂ ਵਿੱਚੋਂ ਵੀ ਬਚਾਉਣ ਦੀ ਤਾਕਤ ਰੱਖਦਾ। ਤੇ ਜਿਹੜੇ ਕੰਮ ਪ੍ਰਭੂ ਨੇ ਕੀਤੇ ਇੱਕ ਗਵਾਹੀ ਦੇ ਤੌਰ ਤੇ ਆ। ਜਿੱਦਾਂ ਅੱਜ ਦੇ ਸਮੇਂ ਦੇ ਵਿੱਚ ਅਸੀਂ ਆਪਣੀਆਂ ਗਵਾਹੀਆਂ ਦਿੰਦੇ ਆ, ਉਸ ਸਮੇਂ ਪੁਰਾਣੇ ਸਮੇਂ ਦੀਆਂ ਕੁਝ ਅਨੋਖੀਆਂ ਤੇ ਅਚਰਜ ਗਵਾਹੀਆਂ ਆ ਜਿਨ੍ਹਾਂ ਨੂੰ ਸੁਣ ਕੇ ਸਾਨੂੰ ਹਿੰਮਤ ਜ਼ਰੂਰ ਮਿਲਦੀ। ਬੇਸ਼ੱਕ ਉਹ ਸਾਡੀ ਜ਼ਿੰਦਗੀ 'ਚ ਕੋਈ ਖਾਸ ਕੰਮ ਤਾਂ ਨਾ ਕਰਨ, ਪਰ ਇੱਕ ਵਿਸ਼ਵਾਸ ਤੇ ਹਿੰਮਤ ਜ਼ਰੂਰ ਦਿੰਦੀਆਂ ਵੀ ਹਾਂ ਜੇ ਪਰਮੇਸ਼ਰ ਉਹਦੇ ਲਈ ਆਹ ਕੰਮ ਕਰ ਸਕਦਾ, ਮੇਰੇ ਲਈ ਕਿਉਂ ਨਹੀਂ ਕਰ ਸਕਦਾ।
ਤਾਂ ਇਸ ਵਿਵਸਥਾ ਨੂੰ ਸਿਰਫ ਗਵਾਹੀ ਦੇ ਤੌਰ ਤੇ ਪੜ੍ਹੋ ਕਿ ਹਾਂ ਪੁਰਾਣੇ ਸਮੇਂ 'ਚ ਕਿਵੇਂ ਹੋਇਆ, ਕੀ ਹੋਇਆ, ਕਿਵੇਂ ਸਾਡੇ ਪੁਰਖੇ ਇੱਥੋਂ ਤੱਕ ਪਹੁੰਚੇ ਅਤੇ ਕਿਵੇਂ ਉਹਨਾਂ ਨੇ ਆਪਣੀ ਹੋਂਦ ਨੂੰ ਬਚਾਈ ਰੱਖਿਆ ਔਰ ਕਿਸ ਤਰ੍ਹਾਂ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਬਚਾਇਆ। ਵਿਵਸਥਾ ਇੱਕ ਗਵਾਹੀ ਆ, ਇਹਨੂੰ ਗਵਾਹੀ ਦੀ ਤਰ੍ਹਾਂ ਪੜ੍ਹੋ, ਪਰ ਮੰਨਣਾ ਅਸੀਂ ਨਵੇਂ ਨੇਮ ਨੂੰ ਆ, ਕਿਉਂਕਿ ਨਵਾਂ ਨੇਮ ਹੁਣ ਬਹੁਤ ਅਪਡੇਟ ਹੋ ਗਿਆ। ਜੇ ਅਸੀਂ ਅੱਜ ਦੇ ਸਮੇਂ 'ਚ ਵੀ ਚਿੱਠੀਆਂ ਲਿਖੀਏ ਤਾਂ ਅਸੀਂ ਆਪ ਹੀ ਪਿੱਛੇ ਰਵਾਂਗੇ, ਕੋਈ ਹੋਰ ਨਹੀਂ। ਤਾਂ ਜੇ ਅਸੀਂ ਚਾਹੁੰਦੇ ਵੀ ਅਸੀਂ ਅਪਡੇਟ ਹੋਈਏ, ਬੈਕਵਰਡ ਨਾ ਹੋਈਏ, ਤਾਂ ਫਿਰ ਸਾਨੂੰ ਪਵਿੱਤਰ ਆਤਮਾ ਦੇ ਵਸੀਲੇ ਜੋ ਮਿਲ ਰਿਹਾ ਉਹਨੂੰ ਮੰਨਣਾ ਚਾਹੀਦਾ ਆ, ਕੰਮਾਂ ਦੇ ਦੁਆਰਾ ਨਹੀਂ, ਕਿਉਂਕਿ ਸਾਡੇ ਕੰਮ ਐਡੇ ਸ਼ੁੱਧ ਨਹੀਂ ਤੇ ਨਾ ਹੀ ਅਸੀਂ ਐਡੇ ਸਿਆਣੇ ਆ ਵੀ ਸਾਰੀਆਂ ਗੱਲਾਂ ਉਹ ਕਰ ਸਕੇ ਜੋ ਅਵਸਥਾ 'ਚ ਲਿਖੀਆਂ। ਤੇ ਜਦੋਂ ਸਾਡੇ ਤੋਂ ਆ ਕੁਝ ਹੋਣਾ ਹੀ ਨਹੀਂ ਤਾਂ ਇਸ ਤੋਂ ਚੰਗਾ ਵਿਸ਼ਵਾਸ ਹੀ ਕਰ ਲਓ, ਪਰ ਅਫਸੋਸ ਸਾਡੇ ਤੋਂ ਤਾਂ ਵਿਸ਼ਵਾਸ ਵੀ ਨਹੀਂ ਹੁੰਦਾ। ਸੱਚੀ ਅਸੀਂ ਵਿਸ਼ਵਾਸ ਇੰਨੇ ਕੱਚੇ ਵੀ ਸਾਤੋਂ ਉਹ ਵੀ ਨਹੀਂ ਹੁੰਦਾ। ਪਰ ਆਪਾਂ ਅੱਜ ਸਾਰੇ ਉਸ ਪਰਮੇਸ਼ਰ ਤੋਂ ਨਵੇਂ ਨੇਮ ਦੇ ਵਿਸ਼ਵਾਸ ਦੇ ਲਈ, ਨਵੇਂ ਨੇਮ ਦੇ ਗਿਆਨ ਦੇ ਲਈ, ਨਵੀਂ ਸਿੱਖਿਆ ਤੇ ਪਵਿੱਤਰ ਆਤਮਾ ਦੀ ਸਮਝ ਬੁੱਧ ਮੱਸਾ ਦੇ ਲਈ ਸਾਰੇ ਹੀ ਮਿਲ ਕੇ ਆਪਣੇ ਆਪ ਨੂੰ ਖੁਦਾਵੰਦ ਦੇ ਹੱਥਾਂ ਦੇ ਵਿੱਚ ਸੌਂਪਦੇ ਹੋਏ ਪਰਮੇਸ਼ਰ ਦੇ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ, ਸੈਨਾ ਦੇ ਪ੍ਰਭੂ ਯਹੋਵਾ, ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਪਿਤਾ ਪਰਮੇਸ਼ਰ, ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਪਿਤਾ ਪਰਮੇਸ਼ਰ। ਅੱਜ ਦੀ ਸਵੇਰ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅੱਜ ਦੇ ਦਿਨ ਦੀ ਕਿਰਪਾ ਦੇ ਲਈ ਤੁਹਾਡਾ ਧੰਨਵਾਦ ਕਰਦੇ ਮਹਾਨ ਪਰਮੇਸ਼ਰ। ਸੱਚਮੁੱਚ ਖੁਦਾਵੰਦ ਤੁਸੀਂ ਦਇਆ ਕਰਨ ਵਾਲੇ, ਪਵਿੱਤਰ ਕਰਨ ਵਾਲੇ, ਆਜ਼ਾਦ ਕਰਨ ਵਾਲੇ ਔਰ ਦਇਆ ਕਰਨ ਵਾਲੇ ਪਰਮੇਸ਼ਰ ਹੋ ਪਿਤਾ ਪਰਮੇਸ਼ਰ। ਤੁਸੀਂ ਅੱਜ ਤੱਕ ਆਪਣੇ ਲੋਕਾਂ ਦੇ ਉੱਤੇ ਦਇਆ ਕੀਤੀ ਖੁਦਾਵੰਦ, ਉਹਨਾਂ ਨੂੰ ਬਚਾਇਆ, ਉਹਨਾਂ ਨੂੰ ਸ਼ੁੱਧ ਕੀਤਾ, ਉਹਨਾਂ ਨੂੰ ਸਤਾਇਆ ਹੋਇਆਂ ਨੂੰ ਤੁਸੀਂ ਹਿੰਮਤ ਤਾਕਤ ਦਿੱਤੀ ਪਿਤਾ। ਤੁਸੀਂ ਉਹਨਾਂ ਛੱਡਿਆ ਹੋਇਆਂ ਨੂੰ ਬਲ ਦਿੱਤਾ ਪ੍ਰਭੂ ਜੀ। ਤੁਸੀਂ ਉਹਨਾਂ ਤਿਆਗਿਆ ਹੋਇਆਂ ਨੂੰ ਕਬੂਲਿਆ ਪਿਤਾ। ਬੇਸ਼ੱਕ ਸੰਸਾਰ ਨੇ ਉਹਨਾਂ ਨੂੰ ਛੱਡਿਆ ਤੇ ਉਹਨਾਂ ਨੂੰ ਸਤਾਇਆ, ਪਰ ਤੁਸੀਂ ਉਹਨਾਂ ਸਤਾਇਆ ਹੋਇਆਂ ਨੂੰ ਨਵਾਂ ਹੌਸਲਾ ਤੇ ਹਿੰਮਤ ਔਰ ਬਲ ਦਿੱਤਾ ਪਿਤਾ ਪਰਮੇਸ਼ਰ। ਸੱਚਮੁੱਚ ਖੁਦਾਵੰਦ ਅਸੀਂ ਜਦੋਂ ਤੁਹਾਡੇ ਪੁਰਾਣੇ ਸਮੇਂ ਦੀਆਂ ਗਵਾਹੀਆਂ ਨੂੰ ਪੜ੍ਹਦੇ ਹਾਂ ਪਿਤਾ, ਸੱਚਮੁੱਚ ਤੁਸੀਂ ਆਪਣੇ ਚਾਹੁਣ ਵਾਲਿਆਂ ਨੂੰ ਤੇ ਤੁਹਾਡੇ ਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਹਰ ਸੰਕਟ ਵਿੱਚੋਂ ਬਚਾਇਆ, ਹਰ ਰਾਹ ਉਹਨਾਂ ਦੇ ਲਈ ਖੋਲ੍ਹਿਆ ਪਿਤਾ। ਇੱਥੋਂ ਤੱਕ ਕਿ ਜਿੱਥੇ ਰਾਹ ਨਹੀਂ ਸੀ ਉੱਥੇ ਵੀ ਤੁਸੀਂ ਉਹਨਾਂ ਦੇ ਲਈ ਰਾਹ ਬਣਾਏ ਪਿਤਾ ਜੀ। ਅਸੀਂ ਇਹਨਾਂ ਗਵਾਹੀਆਂ ਨੂੰ ਸੁਣਦੇ ਹਾਂ ਤੇ ਸੱਚਮੁੱਚ ਹੈਰਾਨ ਹੁੰਦੇ ਹਾਂ ਪ੍ਰਭੂ ਜੀ ਕਿ ਯਹੋਵਾ ਸਾਡਾ ਪਰਮੇਸ਼ਰ ਸੱਚਮੁੱਚ ਵੱਡੇ ਅਤੇ ਅਚਰਜ ਕੰਮ ਕਰਨ ਵਾਲਾ ਪਰਮੇਸ਼ਰ ਹੈ ਖੁਦਾਵੰਦ। ਤੁਹਾਡੀ ਸਾਮਰਥ, ਤੁਹਾਡੀ ਦਇਆ, ਤੁਹਾਡੀ ਕਿਰਪਾ ਦੇ ਉੱਤੇ ਵਿਸ਼ਵਾਸ ਰੱਖਦੇ ਹੋਏ ਪਰਮੇਸ਼ਰ ਪਿਤਾ ਅੱਜ ਦੇ ਦਿਨ ਦੇ ਵਿੱਚ ਉਹਨਾਂ ਸਾਰੀਆਂ ਗਵਾਹੀਆਂ ਨੂੰ ਰਿਪੀਟ ਮੰਗਦੇ ਹਾਂ ਪ੍ਰਭੂ ਜੀ। ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਫਿਰ ਤੋਂ ਉਹ ਵੱਡੇ ਔਰ ਅਚਰਜ ਕੰਮ ਕੀਤੇ ਜਾਣ ਖੁਦਾਵੰਦ, ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜਿਹੜਾ ਕੰਮ ਮਨੁੱਖਾਂ ਤੋਂ ਅਣਹੋਣਾ ਹੈ ਉਹ ਤੁਹਾਡੇ ਨਾਮ ਦੇ ਦੁਆਰਾ ਹੋ ਸਕਦਾ ਆ ਪਿਤਾ ਪਰਮੇਸ਼ਰ। ਜਿੱਦਾਂ ਤੁਸੀਂ ਵਿਵਸਥਾ ਨੂੰ ਪੂਰਿਆ ਕਰਕੇ ਪਵਿੱਤਰ ਆਤਮਾ ਦੇ ਦੁਆਰਾ ਵਿਸ਼ਵਾਸ ਦੇ ਸੁਨੇਹੇ ਨੂੰ ਸਾਡੇ ਤੱਕ ਭੇਜਿਆ, ਤਾਂ ਤੁਸੀਂ ਸਾਡੇ ਲਈ ਉਸ ਹਰ ਇੱਕ ਅਣਹੋਣੇ ਵੀ ਕੰਮ ਨੂੰ ਵੀ ਕਰ ਸਕਦੇ ਹੋ ਜਿਹੜਾ ਕੰਮ ਸਾਡੇ ਦੁਆਰਾ ਅਣਹੋਣਾ ਆ ਪਰ ਤੁਹਾਡੇ ਆਤਮਾ ਦੇ ਦੁਆਰਾ ਹੋ ਸਕਦਾ ਆ ਖੁਦਾਵੰਦ। ਜਦੋਂ ਤੁਸੀਂ ਸਾਮਰਥ ਦੇ ਕੰਮ ਕਰਦੇ ਹੋ ਤੇ ਵਿਸ਼ਵਾਸ ਦੇ ਸੁਨੇਹੇ ਨੂੰ ਸਾਡੇ ਤੱਕ ਭੇਜਦੇ ਹੋ, ਉਹ ਵਿਸ਼ਵਾਸ ਦਾ ਸੁਨੇਹਾ ਸਾਡੇ ਹਿਰਦਿਆਂ ਦੇ ਵਿੱਚ ਬਹਿ ਜਾਵੇ ਪਿਤਾ, ਔਰ ਅਸੀਂ ਵੀ ਉਸ ਪੱਕੇ ਵਿਸ਼ਵਾਸ ਵਾਲੇ ਹੋ ਜਾਈਏ। ਅਸੀਂ ਵਿਵਸਥਾ ਦੇ ਕੰਮਾਂ ਦੇ ਦੁਆਰਾ ਨਾ ਪਰ ਆਪਣੀ ਧਾਰਮਿਕਤਾ ਦੇ ਦੁਆਰਾ ਵਿਸ਼ਵਾਸੀ ਅਤੇ ਧਰਮੀ ਠਹਿਰੀਏ ਪਿਤਾ ਪਰਮੇਸ਼ਰ। ਅਸੀਂ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰੀਏ ਜੋ ਨਵੇਂ ਨੇਮ ਦੇ ਵਿੱਚ ਸਾਨੂੰ ਹੁਕਮ ਦਿੱਤੀਆਂ ਹੋਈਆਂ ਨੇ ਪਿਤਾ। ਅਸੀਂ ਤੁਹਾਡੇ ਹਰ ਇੱਕ ਹੁਕਮ ਦੀ ਪਾਲਣਾ ਕਰਦੇ ਹੋਈਏ ਪਿਤਾ ਜੀ, ਤੁਹਾਡੇ ਅੱਖਾਂ ਦੇ ਸਾਹਮਣੇ ਧਾਰਮਿਕਤਾ ਨੂੰ ਪੂਰਿਆ ਕਰੀਏ ਤੇ ਧਰਮੀ ਠਹਿਰੀਏ ਪ੍ਰਭੂ ਜੀ, ਕਿਉਂਕਿ ਅਸੀਂ ਉਸ ਸਦਾ ਦੇ ਜੀਵਨ ਨੂੰ ਮੰਗਦੇ ਹਾਂ ਪਿਤਾ, ਔਰ ਉਸ ਸਦਾ ਦੇ ਜੀਵਨ ਦੇ ਲਈ ਅਸੀਂ ਵਿਸ਼ਵਾਸ ਦੇ ਦੁਆਰਾ ਧਰਮੀ ਠਹਿਰੀਏ ਪਿਤਾ ਪਰਮੇਸ਼ਰ, ਕਿਉਂਕਿ ਸਾਡੀ ਧਾਰਮਿਕਤਾ ਤੁਹਾਨੂੰ ਪਸੰਦ ਆਉਣ ਵਾਲੀ ਹੋਵੇ ਤੇ ਤੁਸੀਂ ਸਾਨੂੰ ਬਲੈਸ ਕਰੋ ਪਿਤਾ ਪਰਮੇਸ਼ਰ। ਸੱਚਮੁੱਚ ਖੁਦਾਵੰਦ ਅੱਜ ਦੇ ਵਚਨਾਂ ਦੇ ਦੁਆਰਾ ਤੁਸੀਂ ਸਾਨੂੰ ਦੱਸਿਆ, ਆਪਣੇ ਵਚਨਾਂ ਦੀ ਗਿਆਨ ਬੁੱਧ ਸਮਝ ਤੁਸੀਂ ਸਾਨੂੰ ਦਿੱਤੀ ਪਿਤਾ ਪਰਮੇਸ਼ਰ। ਸੱਚਮੁੱਚ ਖੁਦਾਵੰਦ ਅਸੀਂ ਨਿਕੰਮੇ ਅਤੇ ਨਿਕਾਰੇ ਹਾਂ ਖੁਦਾਵੰਦ, ਪਾਪੀ ਅਤੇ ਗੁਨਹਗਾਰ ਹਾਂ ਪ੍ਰਭੂ ਜੀ, ਦੋਸ਼ੀ ਅਤੇ ਛੱਡੇ ਹੋਏ ਹਾਂ ਪਿਤਾ ਪਰਮੇਸ਼ਰ, ਪਰ ਤੁਸੀਂ ਪਾਪੀਆਂ ਨੂੰ ਗਲੇ ਲਗਾਉਣ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ। ਪਿਤਾ ਪਰਮੇਸ਼ਰ ਤੁਸੀਂ ਆਪਣੇ ਇਕਲੌਤੇ ਪੁੱਤਰ ਨੂੰ ਸਾਡੇ ਲਈ ਸ਼ਰਾਪੀ ਠਹਿਰਾਇਆ ਤਾਂ ਜੋ ਅਸੀਂ ਉਸ ਸ਼ਰਾਪ ਤੋਂ ਬਚ ਜਾਈਏ ਪਿਤਾ। ਤੁਸੀਂ ਸਾਨੂੰ ਕੁਚਲਿਆ ਹੋਇਆਂ ਨੂੰ, ਦੱਬਿਆਂ ਨੂੰ, ਛੱਡਿਆ ਹੋਇਆਂ ਨੂੰ, ਤਿਆਗਿਆ ਹੋਇਆਂ ਨੂੰ, ਨਾ ਸਮਝਾਂ ਨੂੰ ਸਮਝ, ਮਤ, ਬੁੱਧ, ਅਕਲ ਅਤੇ ਗਿਆਨ ਦੇਣ ਦੇ ਲਈ ਆਪਣੇ ਪੁੱਤਰ ਨੂੰ ਭੇਜਿਆ। ਪਵਿੱਤਰ ਆਤਮਾ ਦੇ ਦੁਆਰਾ ਸਾਨੂੰ ਸਮਝ, ਬੁੱਧ, ਗਿਆਨ ਦਿੱਤੀ, ਵਿਸ਼ਵਾਸ ਦਿੱਤਾ ਅਤੇ ਨਵਾਂ ਨੇਮ ਸਾਡੇ ਨਾਲ ਬੰਨਿਆ ਪਿਤਾ ਪਰਮੇਸ਼ਰ। ਇਹ ਨਵਾਂ ਨੇਮ ਜ਼ਿੰਦਗੀ ਦੇਣ ਵਾਲਾ ਨੇਮ ਹੈ ਪਿਤਾ। ਇਹ ਨਵਾਂ ਨੇਮ ਸਾਡੀ ਜ਼ਿੰਦਗੀ ਨੂੰ ਬਚਾਉਣ ਵਾਲਾ ਪਰਮੇਸ਼ਰ ਹੈ ਪ੍ਰਭੂ ਜੀ। ਇਹ ਨਵਾਂ ਨੇਮ ਸਦਾ
ਸਦਾ ਦੀ ਜ਼ਿੰਦਗੀ ਦਾ ਨੇਮ ਹੈ ਪਿਤਾ ਪਰਮੇਸ਼ਰ। ਅੱਜ ਦੇ ਇਸ ਨਵੇਂ ਨੇਮ ਦੇ ਦੁਆਰਾ ਅਸੀਂ ਸਦਾ ਦੀ ਜ਼ਿੰਦਗੀ ਨੂੰ ਪ੍ਰਾਪਤ ਕਰੀਏ, ਸਦਾ ਦਾ ਜੀਵਨ ਸਾਨੂੰ ਮਿਲੇ ਪ੍ਰਭੂ ਜੀ, ਔਰ ਸਦਾ ਤੱਕ ਇਹ ਨਵਾਂ ਨੇਮ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਣਿਆ ਰਹੇ ਪਿਤਾ ਪਰਮੇਸ਼ਰ। ਅਸੀਂ ਵਿਸ਼ਵਾਸ ਦੇ ਵਿੱਚ ਵਧੀਏ ਅਤੇ ਆਪਣੇ ਵਿਸ਼ਵਾਸ ਦੇ ਧਾਰਮਿਕਤਾ ਦੇ ਕੰਮਾਂ ਨੂੰ ਕਰਦੇ ਰਹੀਏ ਪ੍ਰਭੂ ਜੀ। ਅਸੀਂ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣੀਏ, ਪਵਿੱਤਰ ਆਤਮਾ ਸਾਡੇ ਵਿੱਚ ਉਤਰੇ ਪਿਤਾ, ਸਾਨੂੰ ਅੱਜ ਬਲੈਸ ਕਰੇ ਪ੍ਰਭੂ ਜੀ। ਹਰ ਇੱਕ ਭੈਣ ਭਾਈ ਅੱਜ ਆਤਮਾ ਦੇ ਨਾਲ ਭਰ ਜਾਵੇ ਪਿਤਾ ਪਰਮੇਸ਼ਰ। ਅੱਜ ਆਤਮਿਕ ਦਾਨ ਵਰਦਾਨ ਇਹਨਾਂ ਤੇ ਉਤਰੇ, ਆਤਮਿਕ ਸਮਝ ਬੁੱਧ ਗਿਆਨ ਉਤਰੇ ਪਿਤਾ, ਤੁਹਾਡਾ ਮਸਾ ਇਹਨਾਂ ਤੇ ਉਤਰੇ ਪ੍ਰਭੂ ਜੀ। ਆਪਣੇ ਆਤਮਾ ਦੇ ਦੁਆਰਾ ਉਸ ਹਰ ਇੱਕ ਅਧੂਰੇ ਕੰਮ ਨੂੰ ਤੁਸੀਂ ਪੂਰਾ ਕਰੋ ਪਿਤਾ ਪਰਮੇਸ਼ਰ, ਜਿਹੜਾ ਸਾਡੇ ਦੁਆਰਾ ਨਹੀਂ ਪਰ ਤੁਹਾਡੇ ਦੁਆਰਾ ਹੋ ਸਕਦਾ ਹੈ ਪਿਤਾ ਪਰਮੇਸ਼ਰ। ਤੁਹਾਡੀ ਸਦਾ ਦੀ ਦਇਆ ਕਿਰਪਾ ਆਸ਼ੀਸ਼ ਇਹਨਾਂ ਦੀ ਜ਼ਿੰਦਗੀ 'ਚ ਉਤਰ ਆਵੇ ਪਿਤਾ ਪਰਮੇਸ਼ਰ। ਤੁਹਾਡਾ ਦਇਆ ਵਾਲਾ ਹੱਥ ਇਹਨਾਂ ਨੂੰ ਸੰਭਾਲ ਕੇ ਰੱਖੇ ਪ੍ਰਭੂ ਜੀ। ਪਵਿੱਤਰ ਆਤਮਾ ਦੀ ਸਾਮਰਥ ਅੱਜ ਹਰ ਇੱਕ ਨੂੰ ਛੂਹੇ ਅਤੇ ਆਜ਼ਾਦ ਕਰੇ। ਅੱਜ ਇਹਨਾਂ ਦੇ ਵਿਸ਼ਵਾਸ ਦੇ ਦੁਆਰਾ ਵੱਡੇ ਅਤੇ ਅਚਰਜ ਕੰਮਾਂ ਨੂੰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਮੰਗਦੇ ਪਿਤਾ ਪਰਮੇਸ਼ਰ। ਇਹਨਾਂ ਦੀ ਆਸ਼ੀਸ਼ ਬਰਕਤ ਮਹਿਮਾ ਵਡਿਆਈ ਨੂੰ ਸਵਰਗ ਰਾਜ ਦੇ ਵਿੱਚੋਂ ਰਿਲੀਜ਼ ਕਰਦੇ ਹੋਏ ਪ੍ਰਭੂ ਜੀ। ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ, ਆਮੀਨ, ਆਮੀਨ।